ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਸਰਬੱਗ ਸਾਹਿਬ ਤੀਰ ਕਰਤਗਿਆ ਮਸਾਲ। ਕਰਤ ਆਨੰਦ ਪੁਰ ਮੈਂ ਆਨੰਦ ਦਰਸੈ ਦਰਸ਼ਨ ਜਾਲ। ਸ੍ਰੀ ਸਤਿਗੁਰ ਸਰਬੱਗ ਸਾਹਿਬ ਤੀਰ ਕਰਤਗ ਮਸਾਲ। ਕਰਤ ਆਨੰਦ ਪੁਰ ਮੈਂ ਆਨੰਦ ਦਰਸੈ ਦਰਸ਼ਨ ਜਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਦੇ ਤਖਤ ਦੇ ਸੁਭਾਏ ਮਾਨ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਾਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਨਾਵੇਂ ਪਾਤਸ਼ਾਹ ਧਰਮ ਰੱਖਿਅਕ ਡੁੱਬਦੇ ਵੇੜਿਆਂ ਨੂੰ ਬੰਨੇ ਲਾਉਣ ਹਾਰੇ ਸ਼ਹੀਦ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਹੋਈ ਹੈ। ਜੋ ਸਤਿਗੁਰਾਂ ਦੇ ਭਜਨ ਬੰਦਗੀ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਐਤਵਾਰ ਦੇ ਦਿਹਾੜੇ ਦਰਸ਼ਨ ਦਿਦਾਰੇ ਕਰਨ ਦਾ ਹਾਜ਼ਰੀਆਂ ਭਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਪਿਛਲੇ ਪਹਿਰ ਦੇ ਸਮੇਂ ਦੇ ਦੀਵਾਨ ਸਜੇ ਨੇ। ਇਤਿਹਾਸ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਏ। ਪਿਛਲੇ ਸਮੇਂ ਦੇ ਵਿੱਚ ਆਪ ਜੀ ਨੇ ਇੱਥੋਂ ਤੱਕ ਇਤਿਹਾਸ ਦਾ ਪ੍ਰਸੰਗ ਸਰਵਣ ਕੀਤਾ ਹੈ। ਸਾਹਿਬੇ ਕਮਾਲ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਿੰਨਾਂ ਸਤਿਗੁਰਾਂ ਦੇ ਆਨੰਦ ਕਾਰਜ ਗੁਰੂ ਕੇ ਲਾਹੌਰ ਸ੍ਰੀ ਮਾਤਾ ਅਜੀਤ ਕੌਰ ਜੀ ਦੇ ਨਾਲ ਹੋਏ ਹਨ। ਉਸ ਤੋਂ ਬਾਅਦ ਜਿੰਨਾ ਵੀ ਮੇਲ ਜੁੜਿਆ ਸੀ ਆਨੰਦਪੁਰ ਜੋ ਵੀ ਸਗੇ ਸੰਬੰਧੀ ਸਿੱਖ ਸੰਗਤਾਂ ਆਈਆਂ ਸਨ ਵਿਆਹ ਦੇ ਵਿੱਚ ਸਾਰੇ ਹੀ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਥਾਂ ਥਾਈਂ ਚਲੇ ਗਏ। ਆਪੋ ਆਪਣੇ ਨਗਰਾਂ ਵਿੱਚ ਸਭ ਨੂੰ ਮਾਨ ਸਨਮਾਨ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਦਿਆ ਕੀਤਾ ਹੈ। ਆਨੰਦਪੁਰ ਦੀ ਧਰਤੀ ਵਿੱਚ ਆਨੰਦ ਹੋ ਰਿਹਾ ਏ। ਜਿੰਨੇ ਵੀ ਚੋਰ ਜਾਰ ਜਾਂ ਰਾਹ ਮਾਰ ਸਨ ਉਹ ਸਾਰਿਆਂ ਨੂੰ ਚਿੰਤਾ ਪੈ ਗਈ। ਗੁਰਾਂ ਦੀ ਕਿਰਪਾ ਐਸੀ ਹੋਈ ਕਿਉਂਕਿ ਜੁੱਤੀਆਂ ਦੀ ਮਾਰ ਪੈਂਦੀ ਹੈ ਜਿਹੜਾ ਕੋਈ ਚੋਰੀ ਜਾਰੀ ਕਰਦਾ, ਜਿਹੜਾ ਰਾਜ ਕਿਸੇ ਨੂੰ ਲੁੱਟਦਾ ਹੈ। ਗੁਰੂ ਕਲਗੀਧਰ ਮਹਾਰਾਜ ਜੀ ਦਾ ਐਸਾ ਆਨੰਦਪੁਰ ਸਾਹਿਬ ਦੇ ਵਿੱਚ ਪ੍ਰਤਾਪ ਛਾਇਆ ਪ੍ਰਗਟ ਹੋਇਆ ਹੈ। ਇੱਕ ਦਿਨ ਗਰਮੀ ਦੇ ਰੁੱਤ ਸੀ, ਇਸ਼ਨਾਨ ਕਰਨ ਸਤਲੁਜ ਚਲੇ ਗਏ ਮਹਾਰਾਜ। ਉੱਥੇ ਇਸ਼ਨਾਨ ਕਰਦੇ ਜਿਹੜੀ ਵੱਡੀ ਦਸਤਾਰ ਸੀ ਉਹ ਮਹਾਰਾਜ ਨੇ ਲਾ ਕੇ ਬਾਕੀ ਸਿੱਖਾਂ ਸਮੇਤ ਇੱਕ ਸੋਹਣੀ ਚਾਦਰ ਵਿਛਾ ਕੇ ਸਤਲੁਜ ਦੇ ਕੰਢੇ ਉੱਚੇ ਥਾਂ ਤੇ ਰੱਖਤੇ। ਤੇ ਵੱਡੀ ਦਸਤਾਰ ਤੇ ਮਹਾਰਾਜ ਦੇ ਕਲਗੀ ਜਗ੍ਹਾ ਸਜਾਉਂਦੇ, ਹੇਠਾਂ ਛੋਟੀ ਦਸਤਾਰ ਜਿਹਨੂੰ ਕੇਸਕੀ ਵੀ ਕਹਿ ਦਿੰਦੇ ਉਹ ਮਹਾਰਾਜ ਜੀ ਸਜਾਉਂਦੇ। ਵੱਡੀ ਦਸਤਾਰ ਸਤਿਗੁਰਾਂ ਲਾ ਕੇ ਰੱਖੀ ਸੀ। ਹੋਰ ਹਾਣੀਆਂ ਨੇ ਵੀ ਇਦਾਂ ਕੀਤਾ। ਇਸ਼ਨਾਨ ਕਰਦਿਆਂ ਕ੍ਰੀੜਾ ਕਰਦਿਆਂ ਇੱਕ ਦੂਸਰੇ ਦੇ ਪਾਣੀ ਪਾਉਂਦੇ ਨੇ। ਦੋ ਦੋ ਜਥੇ ਬਣਾਏ ਹਨ ਤੇ ਜਿਹੜਾ ਗੁਲਾਬ ਰਾਏ ਬਾਬਾ ਸੂਰਜਮਲ ਜੀ ਦਾ ਪੋਤਰਾ ਸੀ ਉਹਦੇ ਕੋਲ ਝੱਲਿਆ ਨਾ ਗਿਆ।
ਉਹ ਬਾਹਰ ਨੂੰ ਨੱਸਿਆ ਆਪਣੇ ਆਪ ਨੂੰ ਬਚਾਉਣ ਦੇ ਲਈ। ਨੱਸਦੇ ਹੋਏ ਨੇ ਦਸਤਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੜ ਲਈ ਤੇ ਜਾਂਦਾ ਜਾਂਦਾ ਸਿਰ ਤੇ ਲਪੇਟ ਲਈ। ਜਿਹੜੇ ਨਾਲ ਦੇ ਸਨ ਉਹਨਾਂ ਆਖਿਆ, ਉਹ ਤੂੰ ਗੁਰੂ ਸਾਹਿਬ ਦੀ ਦਸਤਾਰ ਆਪਣੇ ਸਿਰ ਤੇ ਬੰਨੀ ਜਾਣਾ। ਜਦੋਂ ਪਤਾ ਲੱਗਾ ਤੇ ਲਾਉਣ ਲੱਗੇ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਰਹਿਣ ਦੇ, ਹੁਣ ਜੇ ਤੂੰ ਸਾਡੀ ਇਹ ਦਸਤਾਰ ਭੁਲੇਖੇ ਨਾ ਕਿਸੇ ਕਾਰਨ ਵੀ ਜੇ ਬੰਨੀ ਹੈ ਨਾ, ਤੈਨੂੰ ਸਮਝ ਨਹੀਂ ਲੱਗੀ, ਤਾਂ ਇਹ ਹੁਣ ਸਮਾਂ ਆਊਗਾ ਕਿਸੇ ਬਹਾਨੇ ਤੂੰ ਇਹ ਗੁਰਿਆਈ ਜਿਹੜੀ ਕੁਝ ਸਮਾਂ ਜ਼ਰੂਰ ਪਾਵੇਂਗਾ। ਇੱਦਾਂ ਹੀ ਹੋਇਆ। ਜਦੋਂ ਮਹਾਰਾਜ ਹਜ਼ੂਰ ਸਾਹਿਬ ਨੂੰ ਚਲੇ ਗਏ ਸਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਤਾਂ ਪਿੱਛੋਂ ਅਨੰਦਪੁਰ ਸਾਹਿਬ ਇਹੀ ਗੁਲਾਬ ਰਾਏ ਗੁਲਾਬ ਸਿੰਘ ਬਣਿਆ ਆਪਣੀ ਪੂਜਾ ਕਰਾਉਣ ਲੱਗ ਪਿਆ ਸੀ ਗੁਰੂ ਬਣ ਕੇ। ਗੁਰਬਖਸ਼ ਨਾਮ ਦਾ ਇੱਕ ਸਾਧੂ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸਗੰਜ ਅਸਥਾਨ ਦੀ ਸੇਵਾ ਕਰਦਾ, ਉਹਨੇ ਰੋਕਿਆ ਵੀ, ਕਹਿੰਦਾ ਤੂੰ ਵੱਡੇ ਗੁਰਾਂ ਦੀ ਅੰਸ਼ ਹੈ, ਤੇਰਾ ਦਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪੁੱਤਰ ਸੀ ਤੇ ਤੂੰ ਥੋੜਾ ਗੁਰਿਆਈ ਦੇ ਨਿਯਮਾਂ 'ਚ ਰਹਿ, ਵੀ ਗੁਰੂ ਬਣ ਕੇ ਕਿਉਂ ਪੂਜਾ ਕਰਾਉਣਾ, ਸਿੱਖ ਬਣਿਆ ਰਹਿ। ਉਹਨੂੰ ਵੱਧ ਘੱਟ ਬੋਲਿਆ ਤਾਂ ਉਸ ਗੁਰਬਖਸ਼ ਮਸੰਦ ਨੇ ਸੁਭਾਵਕ ਵਚਨ ਕੀਤਾ ਵੀ ਜੇ ਤੂੰ ਗੁਰੂ ਦੀ ਮਰਿਆਦਾ ਨਹੀਂ ਕਾਇਮ ਰੱਖੇਂਗਾ ਗੁਲਾਬ ਸਿੰਘ, ਤਾਂ ਤੇਰੀ ਅੰਸ਼ ਬੰਸ਼ ਨਾਸ ਹੋ ਜਾਏਗੀ। ਇੱਦਾਂ ਹੀ ਹੋਇਆ। 4 ਪੁੱਤਰ ਸੀ, ਸਾਰਾ ਹੀ ਪਰਿਵਾਰ ਨਸ਼ਟ ਕਰਾ ਲਿਆ ਇਹਨੇ। ਗੁਰੂ ਬਣ ਕੇ ਬੈਠਾ ਸੀ ਆਨੰਦਪੁਰ ਸਾਹਿਬ। ਸੋ ਇਸ ਤਰ੍ਹਾਂ ਇਹੋ ਜਿਹੀਆਂ ਕਰੀੜਾਂ, ਇਹੋ ਜਿਹੇ ਕੌਤਕ ਗੁਰੂ ਕਲਗੀਧਰ ਮਹਾਰਾਜ ਆਨੰਦਪੁਰ ਦੀ ਧਰਤੀ ਤੇ ਕਰ ਰਹੇ ਹਨ। ਜਿਵੇਂ ਇੱਕ ਸਿੱਖ ਰਿਸ਼ ਬਣ ਗਿਆ ਅਤੇ ਰਿਸ਼ ਦੀ ਜੂਨੀ ਤੋਂ ਉਹਦਾ ਫਿਰ ਉਧਾਰ ਕੀਤਾ ਗੁਰੂ ਕਲਗੀਧਰ ਜੀ ਨੇ। ਇਹ ਪ੍ਰਸੰਗ ਆਪਾਂ ਅੱਜ ਸਰਵਣ ਕਰਾਂਗੇ। ਆਓ ਗੁਰੂ ਗਰੀਬ ਨਿਵਾਸ ਸਾਹਿਬਾਂ ਦੇ ਪਾਵਨ ਚਰਨ ਕਮਲਾਂ ਦਾ ਧਰੀਏ ਧਿਆਨ। ਰਸਨਾ ਕਰੋ ਪਵਿੱਤਰ ਸਾਰੀ ਸੰਗਤ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਸਰਬੱਗ ਸਭ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਮਹਿਮਾ ਕਰਦੇ ਆ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਜੋ ਸ੍ਰੀ ਸ਼੍ਰੋਮਣੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬੱਗ ਸਭ ਤਰ੍ਹਾਂ ਕਰਕੇ ਮਹਾਰਾਜ ਸਰਬੱਗ ਹਨ, ਸਮਰੱਥ ਹਨ, ਸਭ ਸ਼ਕਤੀਆਂ ਦੇ ਤਾਕਤਾਂ ਦੇ ਗੁਰੂ ਕਲਗੀਧਰ ਜੀ ਮਾਲਕ ਹਨ। ਧੀਰ ਕਰਤੱਗਿਆ ਵਿਸਾਲ। ਫਿਰ ਧੀਰਜ ਧਾਰੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਧੀਰਜ ਸਦਾ ਸਤਿਗੁਰੂ ਸਾਹਿਬ ਦੀ ਕਾਇਮ ਰਹਿੰਦੀ ਹੈ। ਵੇਖੋ ਭਾਵੇਂ ਫੌਜਾਂ ਚੜ੍ਹਦੀਆਂ ਆ ਰਹੀਆਂ ਸਨ ਮਗਰੋਂ ਜਦੋਂ ਆਨੰਦਪੁਰ ਛੱਡਿਆ, ਪਰ ਕਿੰਨੀ ਧੀਰਜ ਹੈ। ਕਹਿੰਦੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਾਂਗੇ। ਇਹ ਧੀਰਜ ਹੋਵੇ ਤਾਂ ਹੀ ਸੰਭਵ ਹੁੰਦਾ ਹੈ। ਥੋੜੀ ਜਿਹੀ ਬਿਪਤਾ ਪਵੇ, ਲੋਕ ਚਿੰਤਾ ਫਿਕਰ ਵਿੱਚ ਭਾਜੜਾਂ ਪੈ ਜਾਂਦੀਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਧੀਰਜ ਧਾਰੀ ਹਨ ਤੇ ਕ੍ਰਿਤੱਗ ਵਿਸਾਲ। ਜਿਹੜੀ ਕ੍ਰਿਤ ਅੱਗੇ ਉਹਨੂੰ ਜਾਣਨ ਵਾਲੇ, ਭਾਵ ਜਿਹੜਾ ਕਿਸੇ ਦਾ ਕੋਈ ਉਪਕਾਰ ਹੈ ਨਾ ਉਹਨੂੰ ਜਾਣਨ ਵਾਲੇ ਹਨ। ਆਪ ਵੀ ਪਰਉਪਕਾਰੀ ਨੇ ਤੇ ਕਿਸੇ ਦੀ ਕੀਤੀ ਹੋਈ ਕਿਰਤ, ਕਿਸੇ ਸੇਵਕ ਦਾ ਕੀਤਾ ਹੋਇਆ ਜਿਹੜਾ ਕਾਰਜ ਹੈ, ਕੀਤਾ ਹੋਇਆ ਜਿਹੜਾ ਉਪਕਾਰ ਹੈ, ਉਹਨੂੰ ਵੀ ਭੁਲਾਉਂਦੇ ਨਹੀਂ ਸਤਿਗੁਰੂ। ਇਸੇ ਕਰਕੇ ਗੁਰਸਿੱਖਾਂ ਨੂੰ ਮਹਾਰਾਜ ਨੇ ਕਿਹਾ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਜਾਂ ਕਿਹਾ ਹੈ ਇਨਹੀ ਕੀ ਕਿਰਪਾ ਕੇ ਸਦੇ ਹਮ ਹੈ, ਨਹੀਂ ਮੋਹ ਸੇ ਕਰੋ ਨਹੀਂ ਮੋਹ ਸੇ। ਮੇਰੇ ਵਰਗੇ ਕਹਿੰਦੇ ਵੀ ਲੱਖਾਂ ਕਰੋੜਾਂ ਸੰਸਾਰ ਦੇ ਵਿੱਚ ਹੈਗੇ ਨੇ, ਇਹ ਇਹਨਾਂ ਦੀ ਹੀ ਕਿਰਪਾ ਹੈ। ਸੋ ਇਹ ਪਰਉਪਕਾਰ ਨੂੰ ਜਾਣਨ ਵਾਲੇ ਨੇ ਤੇ ਆਪ ਵੀ ਪਰਉਪਕਾਰੀ ਹਨ, ਬਹੁਤ ਵੱਡੇ। ਕਰਤ ਆਨੰਦਪੁਰ ਮੈਂ ਆਨੰਦ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ 'ਚ ਗੁਰੂ ਕਲਗੀਧਰ ਮਹਾਰਾਜ ਬੜੇ ਹੀ ਆਨੰਦ, ਬੜੇ ਹੀ ਕੌਤਕ ਚੋਜ ਕਰ ਰਹੇ ਹਨ ਨਿਤ। ਦਰਸ਼ਨ ਜਾਲ। ਬਹੁਤੀਆਂ ਹੀ ਸਿੱਖ ਸੰਗਤਾਂ ਆਨੰਦਪੁਰ ਆਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਪਰਸ਼ਨ ਕਰਦੀਆਂ ਹਨ। ਚੌਪਈ
ਸਹਿਜ ਸੁਭਾਇਕ ਗੁਰ ਸਰਬੱਗ ਸਰਬੱਗ ਸਰਬ ਕਲਾ ਸਮਰੱਥ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਸੁਤੇ ਸਿੱਧੀ ਇੱਕ ਦਿਨ ਤਖਤ ਤੇ ਬਿਰਾਜਮਾਨ ਸਨ। ਸੋਮਤ ਬੈਠੇ ਉਤੇ ਕਰਤੱਗ ਜੋ ਆਪਣੇ ਸੇਵਕਾਂ ਨੂੰ ਕ੍ਰਿਤੱਗ ਨਿਹਾਲ ਕਰਨ ਵਾਲੇ ਪਰਉਪਕਾਰੀ ਸਤਿਗੁਰੂ ਸੇਵਕਾਂ ਦੇ ਉਪਕਾਰਾਂ ਨੂੰ ਜਾਣਨਹਾਰ ਆਨੰਦਪੁਰ ਸਾਹਿਬ ਦੀਵਾਨ ਸਜਿਆ ਏ ਤੇ ਦੀਵਾਨ ਦੇ ਵਿੱਚ ਮਹਾਰਾਜ ਬੈਠੇ ਸੋਹਣੇ ਫੱਬ ਰਹੇ ਸ਼ੋਭ ਰਹੇ ਹਨ। ਈਕਦ ਸਿੱਖ ਪਾਸ ਪਰਵਾਰਤ ਥੋੜੇ ਜੀ ਗਿਣਤੀ ਦੇ ਵਿੱਚ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਬੈਠੇ ਸਨ ਚਾਰ ਸਫੇਰੇ। ਜਿਉ ਔਰ ਚਾਮਰ ਬਰ ਢਾਰਤ ਇੱਕ ਸਿੱਖ ਚੌਲ ਸਾਹਿਬ ਲੈ ਕੇ ਤੇ ਮਹਾਰਾਜ ਸਾਹਿਬ ਦੇ ਸੀਸ ਦੇ ਉੱਤੇ ਬੜੇ ਸੋਹਣੇ ਢੰਗ ਦੇ ਨਾਲ ਚੌਰ ਸਾਹਿਬ ਫੇਰਿਆ ਸੀ, ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਤੇ ਚੌਰ ਸਾਹਿਬ ਕੀਤਾ ਜਾਂਦਾ। ਇਸੇ ਤਰ੍ਹਾਂ ਇੱਕ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੀਸ ਦੇ ਉੱਤੇ ਚੌਰ ਕਰ ਰਿਹਾ ਸੀ। ਮਹਾਪ੍ਰਕਾਸ਼ਤ ਬੁੱਧ ਬਿਲੰਦ ਮਹਾਪ੍ਰਕਾਸ਼ਕ ਸਤਿਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਹੀ ਪ੍ਰਕਾਸ਼ਮਾਨ ਹੋ ਰਹੇ ਨੇ ਦੀਵਾਨ ਵਿੱਚ ਬੈਠੇ ਹੋਏ, ਜਿਨ੍ਹਾਂ ਦੀ ਬੁੱਧ ਜਿਨ੍ਹਾਂ ਦੀ ਮਤ ਬੜੀ ਬੁਲੰਦ ਬਹੁਤ ਮਹਾਨ ਮਤ ਬੁੱਧ ਵਾਲੇ ਹਨ। ਜਨ ਤਾਰਨ ਮੈਂ ਪੂਰਨ ਚੰਦ ਜਿਵੇਂ ਤਾਰਿਆਂ ਦੇ ਵਿੱਚ ਚੰਦਰ ਪੂਰਨਮਾਸੀ ਦਾ ਚੰਦਰਮਾ ਕਹਿੰਦੇ ਵੀ ਪ੍ਰਕਾਸ਼ ਦਾ ਹੈ ਨਾ, ਇਵੇਂ ਗੁਰਸਿੱਖਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਕਾਸ਼ ਰਹੇ ਸਨ। ਕਦਮ ਪੱਥਰ ਸੀ ਆਂਖ ਵਿਸਾਲੀ ਤੇ ਸਤਿਗੁਰੂ ਮਹਾਰਾਜ ਦੀ ਸੋਭਾ ਦਾ ਅਲੰਕਾਰ ਕਰਦੇ ਨੇ ਵੀ ਜਿਵੇਂ ਕਮਲ ਦੇ ਪੱਤਰ ਹੁੰਦੇ ਨੇ, ਜਿਵੇਂ ਕਮਲ ਦੇ ਇੱਕ ਕਮਲ ਦਾ ਫੁੱਲ ਖਿੜਿਆ ਹੁੰਦਾ ਹੈ ਅਤੇ ਫਿਰ ਦੂਸਰਾ ਉਹਦੇ ਜਿਵੇਂ ਚੌੜੇ ਚੌੜੇ ਪੱਤਰ ਹੁੰਦੇ ਹਨ, ਕਹਿੰਦੇ ਵੀ ਇਸ ਤਰ੍ਹਾਂ ਖਿੜੀਆਂ ਹੋਈਆਂ ਅੱਖਾਂ ਨੇ, ਨੇਤਰ ਮਹਾਰਾਜ ਦੇ ਬੜੇ ਸੋਹਣੇ ਖਿੜੇ ਹੋਏ ਨੇ ਤੇ ਚੌੜੇ ਇਦਾਂ ਹਨ ਜਿਵੇਂ ਕਮਲ ਫੁੱਲ ਦਾ ਪੱਤਰ ਹੋਵੇ। ਡੋਰੇ ਸਹਿਤ ਅੰਤ ਮੈਂ ਲਾਲੀ ਤੇ ਜਿਹੜੇ ਡੋਰੇ ਕੋਨੇ ਨੇ ਨਾ ਮਹਾਰਾਜ ਦੀਆਂ ਅੱਖਾਂ ਦੇ, ਕਹਿੰਦੇ ਲਾਲੀ ਦੇ ਸਹਿਤ ਹਨ, ਵੀਰ ਰਸ ਦੀ ਲਾਲੀ ਭਰੀ ਹੋਈ ਹੈ। ਜਿਹੜੀਆਂ ਨੁਕਰਾਂ ਦੀਆਂ ਜਿਹੜਾ ਅੱਖਾਂ ਦੇ ਪਾਸੇ ਤੇ ਚਿੱਟਾ ਜਿਹਾ ਸਥਾਨ ਹੁੰਦਾ, ਇਹ ਥਾਂ ਗੁਰੂ ਕਲਗੀਧਰ ਮਹਾਰਾਜ ਦਾ ਵੀਰ ਰਸ ਦੀ ਲਾਲੀ ਦੇ ਨਾਲ ਭਰਿਆ ਹੋਇਆ ਏ। ਈਸ਼ਨ ਕਟਾਕਿਆ ਵੱਡ ਈਸ਼ਨ ਫਿਰ ਗੁਰੂ ਕਲਗੀਧਰ ਮਹਾਰਾਜ ਦੇ ਜਿਹੜੇ ਨੇਤਰ ਨੇ ਬੜੇ ਤਿੱਖੇ ਨੇ, ਜਿਵੇਂ ਮਾਨੋ ਵੀ ਕੋਈ ਤਿੱਖੀ ਕਟਾਰ ਹੋਵੇ ਤੇ ਜਿਹਦੇ ਵੱਜ ਜੇ ਤੇ ਉਹਦੇ ਜ਼ਖਮ ਕਰ ਦਿੰਦੀ ਹੈ, ਇਵੇਂ ਜਿਹਦੇ ਵੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਿਹਰ ਦੀ ਨਿਗਾਹ ਪੈ ਜਾਵੇ ਉਹਨੂੰ ਨਿਹਾਲ ਕਰ ਦਿੰਦੇ ਨੇ। ਚੰਚਲ ਜਨ ਕੰਜਨ ਦੇ ਸੀਸ਼ਨ ਤੇ ਚੰਚਲ ਐਵੇਂ ਨੇ ਮਾਨੋ ਵੀ ਮਮੋਲੇ ਨੂੰ ਵੀ ਮਾਤ ਦਿੰਦੇ ਸਿੱਖਿਆ ਦਿੰਦੇ ਨੇ, ਮਮੋਲੇ ਦੇ ਫੁੱਲਾਂ ਨਾਲੋਂ ਵੀ ਜ਼ਿਆਦਾ ਮਹਾਰਾਜ ਸਾਹਿਬ ਜੀ ਦੇ ਨੇਤਰ ਜਿਹੜੇ ਚੰਚਲ ਹਨ, ਸੋਹਣੇ ਖਿੜ ਰਹੇ ਹਨ। ਉਦਾਰ ਮੁਕਤ ਲਉ ਦੇਤ ਬਹੁਤ ਵੱਡੇ ਉਦਾਰ ਚਿੱਤ ਨੇ ਮਹਾਰਾਜ, ਖੁੱਲ੍ਹ ਦਿਲੇ ਹਨ, ਆਪਣੇ ਸੇਵਕਾਂ ਨੂੰ ਮੁਕਤੀਆਂ ਦਿੰਦੇ ਨੇ। ਹੀਰਤ ਦਾਸਨ ਦੁਖ ਹਰ ਲੇਤ ਜਿਹੜਾ ਵੀ ਸੇਵਕ ਮਹਾਰਾਜ ਦੇ ਦਰਸ਼ਨ ਕਰਦਾ ਉਹਦੇ ਸਾਰੇ ਦੁੱਖ ਹੀ ਗੁਰੂ ਸਾਹਿਬ ਜੀ ਹਰ ਲੈਂਦੇ ਨੇ, ਭਾਵ ਕਿ ਉਹਦੇ ਦੁੱਖ ਦੂਰ ਕਰਦੇ, ਸਭ ਦੁੱਖ ਨਾਸ਼ ਕਰ ਦਿੰਦੇ ਹਨ। ਕਿਤਕ ਕਾਲ ਜਬ ਬੈਠ ਮਿਤਾਇਓ ਇਸ ਤਰ੍ਹਾਂ ਦੀਵਾਨ ਦੇ ਵਿੱਚ ਬੈਠੇ ਹੋਏ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬੈਠਿਆਂ ਹੋਇਆਂ ਨੇ ਦੀਵਾਨ ਵਿੱਚ ਕੁਝ ਕੁ ਸਮਾਂ ਸਤਿਗੁਰਾਂ ਨੇ ਬਤੀਤ ਕੀਤਾ। ਲੈ ਕਰੀ ਸਕਲੰਦਰ ਆਇਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਵਾਨ 'ਚ ਸਜੇ ਹੋਏ ਨੇ ਤੇ ਇੱਕ ਕਲੰਦਰ, ਇਹ ਰਿਛ ਤੇ ਬਾਂਦਰਾਂ ਦਾ ਤਮਾਸ਼ਾ ਜਿਹਾ ਵਿਖਾਉਣ ਵਾਲੇ ਜਿਹੜੇ ਹਨ, ਇਹ ਆਨੰਦਪੁਰ ਸਾਹਿਬ ਦੇ ਆਸ-ਪਾਸ ਤੁਰੇ ਫਿਰਦੇ ਸਨ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਬਿਰਾਜਮਾਨ ਨੇ, ਇਹ ਕਲੰਦਰ ਸਾਧ ਸੰਗਤ ਜਿਹੜਾ ਬਾਂਦਰ ਤੇ ਰਿਛਾਂ ਆਦਿਕਾਂ ਦਾ ਤਮਾਸ਼ਾ ਵਿਖਾਉਂਦਾ ਨਾ, ਉਹਨੂੰ ਕਲੰਦਰ ਕਹਿ ਦਿੰਦੇ ਨੇ। ਤੇ ਮਹਾਰਾਜ ਆਨੰਦਪੁਰ ਸਾਹਿਬ ਦੀਵਾਨ 'ਚ ਬਿਰਾਜਮਾਨ ਨੇ, ਇੱਕ ਕਲੰਦਰ ਰਿਛ ਦਾ ਤਮਾਸ਼ਾ ਵਿਖਾਉਂਦਾ ਹੋਇਆ, ਇਹਦੇ ਨਾਲ ਹੋਰ ਵੀ ਸਾਥੀ ਹਨ। ਕਿੱਡਾ ਹੀ ਵੱਡਾ ਇਹਨਾਂ ਦਾ ਟੋਲਾ ਹੈ,
ਕਿਸੇ ਨੇ ਬਾਂਦਰ ਫੜੇ ਹੋਏ ਨੇ, ਕਿਸੇ ਨੇ ਰਿਛ ਫੜੇ ਹੋਏ ਨੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਕੋਲ ਲੈ ਕੇ ਆ ਗਿਆ। ਬਲੀ ਵੱਡ ਦੇ ਆਕਾਰਾ, ਤੇ ਕਹਿੰਦੇ ਬੜਾ ਹੀ ਮਹਾਬਲੀ ਸੀ, ਮਹਾਬਲੀ ਵੱਡ, ਬਹੁਤਾ ਹੀ ਵੱਡਾ ਮਹਾਬਲੀ, ਤੇ ਜਿਹੜੀ ਦੇਹ ਦਾ ਆਕਾਰ ਹੈ ਉਸ ਰਿਛ ਦਾ ਬਹੁਤ ਹੀ ਤਗੜਾ, ਬਹੁਤ ਹੀ ਵੱਡਾ ਹੈ। ਕਹਿੰਦੋ ਜਾਮਵੰਤ ਦੇ ਧਾਰਾ, ਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ ਉੱਥੇ ਜਦੋਂ ਲੈ ਕੇ ਆਇਆ ਤੇ ਇਦਾਂ ਲੱਗਾ ਕਹਿ ਦੋ ਜਾਮਾਵੰਤ ਦੇਹ ਧਾਰਾ, ਇੱਕ ਜਾਮਾਵੰਤ ਰਿਛ ਹੋਇਆ ਕਹਿੰਦੇ ਦੁਆਪਰ 'ਚ ਬੜਾ ਤਗੜਾ, ਉਹਨੇ ਹੀ ਮਾਨੋ ਵੀ ਆਪਣੀ ਦੇਹ ਫੇਰ ਧਾਰ ਲਈ ਹੋਵੇ, ਏਡਾ ਵੱਡਾ ਰਿਛ ਹੈ। ਸਭ ਅੰਗਨ ਪਰ ਬਾਲ ਮਿਸਾਲਾ, ਰਿਛ ਦੇ ਸਾਰੇ ਹੀ ਅੰਗਾਂ ਤੇ ਬੜੇ ਲੰਮੇ ਲੰਮੇ ਵਾਲ ਹਨ। ਪੂਰ ਮਰ ਨਕ ਪੂਰ ਕਰਾਲਾ, ਸਾਰਾ ਸਰੀਰ ਦਾ ਜਿਹੜਾ ਰੰਗ ਹੈ ਭੂਰਾ ਹੈ, ਭੂਰੇ ਰੰਗ ਦਾ, ਤੇ ਵੱਡੇ ਵੱਡੇ ਬੜੇ ਭਿਆਨਕ ਜੇ ਨੌ ਸਨ ਇਸ ਰਿਛ ਦੇ। ਪੂਰ ਨਾਸਕਾ ਰਜੂ ਪਾਈ, ਇਹਦੀ ਨਾਸਾਂ ਦੇ ਵਿੱਚੋਂ, ਨੱਕ ਦੇ ਵਿੱਚੋਂ ਸੁਰਾਖ ਕੱਢ ਕੇ ਤੇ ਕਲੰਦਰ ਨੇ ਰੱਸੀ ਪਾਈ ਸੀ, ਨੱਥ ਪਾਈ ਸੀ ਇਹਨੂੰ ਕਾਬੂ ਕਰਨ ਵਾਸਤੇ। ਸ਼ਰਮ ਕਲੰਦਰ ਤਨ ਲਪਟਾਈ, ਤੇ ਜਿਹੜਾ ਕਲੰਦਰ ਹੈ ਉਹਦੇ ਸਰੀਰ ਦੇ ਉੱਤੇ ਵੀ ਚਮੜਾ ਲਪੇਟਿਆ ਹੋਇਆ ਹੈ, ਇੱਕ ਬੜਾ ਭਾਰੀ ਤੇ ਕਹਿੰਦੇ ਵੀ ਭਿਆਨਕ ਜਿਹਾ ਦਿਖਣ ਵਾਲਾ ਰਿਛ ਹੈ। ਨੱਥ ਪਾ ਕੇ, ਰੱਸੀ ਪਾ ਕੇ ਨੱਕ ਵਿੱਚ, ਤੇ ਕਲੰਦਰ ਨੇ ਉਹਨੂੰ ਨਚਾਉਣ ਵਾਲੇ ਨੇ ਹੱਥ ਵਿੱਚ ਫੜੀ ਹੋਈ ਹੈ, ਆਪਣੇ ਸਰੀਰ ਤੇ ਉਹਨੇ ਚਮੜਾ ਪਾਇਆ ਹੋਇਆ ਕੱਪੜਿਆਂ ਦੇ ਥਾਂ। ਲਕਟੀ ਹਾਥ ਡਰਾਵਨ ਇੱਕ ਕਾਰ, ਸੋਟੀ ਫੜੀ ਹੋਈ ਸੀ ਕਲੰਦਰ ਨੇ ਰਿਛ ਨੂੰ ਡਰਾਉਣ ਦੇ ਵਾਸਤੇ। ਜਮੈ ਲਕਾਏ ਕਰੈ ਪਵਕਾਰਨ, ਤੇ ਜਦੋਂ ਸੋਟੀ ਵਿਖਾਉਂਦਾ ਹੈ ਨਾ ਕਲੰਦਰ ਉਹ ਰਿਛ ਦਾ ਮਾਲਕ, ਤਾਂ ਉਹ ਅੱਗੋਂ ਫਿਰ ਭਬਕ ਕੇ ਪੈਂਦਾ, ਬੜੀ ਉੱਚੀ ਆਵਾਜ਼ ਕੱਢ ਕੇ ਵਿਖਾਉਂਦਾ ਹੈ। ਸ੍ਰੀ ਸਤਿਗੁਰ ਕੀ ਦ੍ਰਿਸ਼ਟ ਅਗਾਰੀ, ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਵਾਨ ਵਿੱਚ ਬੈਠੇ ਨੇ, ਸਤਿਗੁਰਾਂ ਦੇ ਸਾਹਮਣੇ ਆ ਕੇ ਇਹਨਾਂ ਕਲੰਦਰਾਂ ਨੇ ਲੱਗਿਓ ਦਿਖਾਵਨ ਤੇ ਬਲ ਭਾਰੀ, ਆ ਉਸ ਵੇਲੇ ਜੋ ਵੀ ਉਹ ਕੋਈ ਤਮਾਸ਼ਾ ਜਿਹਾ ਸੀ ਨਾ ਜਿਵੇਂ ਕਰਦੇ ਨੇ, ਉਹ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਭਾਰੀ ਬਲ ਵਾਲਾ ਜਿਹੜਾ ਰਿਛ ਹੈ, ਉਸ ਰਿਛ ਦੇ ਨਾਲ ਕੁਸ਼ਤੀ ਜੀ ਕਰਕੇ ਉਹਨੂੰ ਨਚਾ ਕੇ ਤੇ ਤਮਾਸ਼ਾ ਵਿਖਾਉਣਾ ਸ਼ੁਰੂ ਕਰ ਦਿੱਤਾ। ਸਤੀ ਲਗੇ ਕਰਨ ਬਲ ਧਰੇ, ਕਹਿੰਦੇ ਵੀ ਤਾਕਤ ਜ਼ੋਰ ਲਾ ਕੇ ਰਿਛ ਤੇ ਰਿਛ ਨੂੰ ਚਲਾਉਣ ਵਾਲਾ ਜਿਹੜਾ ਇਹਦਾ ਮਾਲਕ ਕਲੰਦਰ ਹੈ, ਦੋਵੇਂ ਆਪਸ ਵਿੱਚ ਕੁਸ਼ਤੀ ਕਰਨ ਲੱਗ ਪਏ, ਇੱਕ ਦੂਸਰੇ ਨਾਲ ਘੋਲ ਕਰਕੇ ਵਿਖਾਉਂਦੇ ਨੇ। ਕਬੇ ਉਪਰ ਹੋਵੇ ਕਬ ਤਰੇ, ਕਦੀ ਰਿਛ ਉੱਤੇ ਹੋ ਜਾਂਦਾ ਹੈ ਉਸ ਕਲੰਦਰ ਦੇ, ਕਦੀ ਕਲੰਦਰ ਜਿਹੜਾ ਹੈ ਉਹ ਰਿਛ ਦੇ ਉੱਤੇ ਹੋ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੁਸ਼ਤੀਆਂ ਕਰਕੇ ਵਿਖਾਉਂਦੇ ਹਨ। ਇਤੇ ਉਤ ਫਿਰਤ ਬੀਚ ਮੈਦਾਨ, ਫਿਰ ਸਾਹਮਣੇ ਮੈਦਾਨ ਵਿੱਚ ਕਦੀ ਇੱਧਰ ਸੱਜੇ ਨੂੰ ਚਲੇ ਜਾਂਦੇ ਆ, ਕਦੀ ਖੱਬੇ ਨੂੰ ਚਲੇ ਜਾਂਦੇ, ਬੜੇ ਤਰ੍ਹਾਂ ਦੇ ਕਰਤਬ ਕੀਤੇ। ਵੱਡੇ ਸ਼ਬਦ ਕੋ ਕਰਤ ਭਿਆਨ, ਤੇ ਬਹੁਤ ਹੀ ਵੱਡਾ ਸ਼ਬਦ ਭਿਆਨਕ ਰਿਛ ਜਿਹੜਾ ਹੈ ਉਹ ਆਪਣੇ ਮੁਖ ਦੇ ਵਿੱਚੋਂ ਆਵਾਜ਼ਾਂ ਪ੍ਰਗਟ ਕਰਦਾ, ਜਦੋਂ ਭਵਕ ਜੀ ਮਾਰਦਾ, ਜਦੋਂ ਬੋਲਦਾ ਹੈ ਤਾਂ ਸੁਣਨ ਵਾਲੇ ਨੂੰ, ਵੇਖਣ ਵਾਲੇ ਨੂੰ ਡਰ ਲੱਗਦਾ ਵੀ ਕਿਤੇ ਮੈਨੂੰ ਮਾਰ ਨਾ ਦੇਵੇ। ਦੋਏ ਪਗ ਪਰ ਪਾਲਕ ਹੋਏ ਕਰੋ, ਤੇ ਕਦੀ ਫਿਰ ਆਪਣੇ ਅਗਲੇ ਪੈਰ ਤਾਂ ਨੂੰ ਚੁੱਕ ਕੇ, ਜਿਹੜੇ ਪਿਛਲੇ ਪੈਰ ਹਨ ਇਹਨਾਂ ਪੈਰਾਂ ਦੇ ਉੱਤੇ ਜਿਹੜਾ ਰਿਛ ਹੈ ਕਲੰਦਰ ਦੇ ਇਸ਼ਾਰੇ ਨੂੰ ਸਮਝ ਕੇ ਤੇ ਸਿੱਧਾ ਤਾਂ ਨੂੰ ਖੜੋ ਜਾਂਦਾ ਹੈ। ਆਪਸ ਮਿਖੈ ਅੰਕ ਲੈ ਭਰੋ, ਤੇ ਜਿਹੜਾ ਕਲੰਦਰ ਹੈ ਉਹ ਉਹਨੂੰ ਘੁੱਟ ਕੇ ਜੱਫੀ 'ਚ ਪਾ ਲੈਂਦਾ ਹੈ, ਤੇ ਰਿਛ ਆਪਣੇ ਮਾਲਕ ਕਲੰਦਰ ਨੂੰ ਭਾਵ ਕਿ ਤਰ੍ਹਾਂ ਤਰ੍ਹਾਂ ਦੇ ਇਦਾਂ ਦੇ ਤਮਾਸ਼ੇ ਵਿਖਾਉਂਦੇ ਨੇ, ਕਦੀ ਕੁਸ਼ਤੀ ਕਰਦੇ ਆ, ਕਦੀ ਜਿਹੜਾ ਰਿਛ ਹੈ ਉਹ ਸਿੱਧਾ ਤਾਂ ਨੂੰ ਖਲੋ ਕੇ ਤੇ ਆਪਣੇ ਮਾਲਕ ਨੂੰ ਕਲੰਦਰ ਨੂੰ ਘੁੱਟ ਕੇ ਜੱਫੀ ਵਿੱਚ ਲੈ ਲੈਂਦਾ ਹੈ। ਇਸ ਪ੍ਰਕਾਰ ਮੋ ਕੋਲ ਦਿਖਾਇਆ, ਗੱਲ ਕੀ ਵੀ ਇਸ ਤਰ੍ਹਾਂ ਹੋਰ ਵੀ ਕਈ ਤਰ੍ਹਾਂ ਦੇ ਕਰਤਬ ਤਮਾਸ਼ੇ ਕਰਦਿਆਂ ਹੋਇਆਂ ਉਹ ਕਲੰਦਰ ਨੇ ਤੇ ਰਿਛ ਨੇ ਬੜੇ ਘੋਲ ਵਿਖਾਏ, ਬੜੇ ਜੌਹਰ ਵਿਖਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ। ਸਿੱਖ ਮਲੋਕਤ ਕਹਿਤ ਸੁਨਾਇਓ, ਤੇ ਜਿਹੜੇ ਸਿੱਖ ਵੇਖ ਰਹੇ ਸਨ ਤੇ ਇਦਾਂ ਉੱਚੀ ਬੋਲ ਕੇ ਕਹਿਣ ਲੱਗੇ, ਇਸ ਪਾਲਕ ਕੋ ਵੱਡੋ ਆਕਾਰ, ਕਹਿਣ ਲੱਗੇ ਮਹਾਰਾਜ ਆ ਜਿਹੜਾ ਰਿਛ ਹੈ ਇਹਦਾ ਤੇ ਬਹੁਤ ਹੀ ਵੱਡਾ ਆਕਾਰ ਹੈ, ਬੜੀ ਵੱਡੀ ਦੇਹ ਹੈ ਇਸ ਦੀ। ਅਸ ਪੂਰਬ ਕਵੈ ਨਿਹਾਰ,
ਅਸੀਂ ਪਹਿਲਾਂ ਵੀ ਬੜੇ ਵੇਖੇ ਹਨ ਤਮਾਸ਼ੇ, ਪਰ ਐਦਾਂ ਦਾ ਜਿਹੜਾ ਰਿਛ ਐਡੀ ਵੱਡੀ ਦੇਹ, ਐਡੀ ਵੱਡੀ ਇਹਦੀ ਦੇਹੀ ਤੇ ਏਡਾ ਮੋਟਾ ਤਾਜ਼ਾ, ਤੇ ਜਦੋਂ ਆਵਾਜ਼ ਕੱਢਦਾ ਹੈ ਤਾਂ ਦੂਰ ਤਾਈਂ ਸੁਣਾਈ ਦਿੰਦੀ ਹੈ। ਮਹਾਰਾਜ ਇਦਾਂ ਦਾ ਨਹੀਂ ਮੈਂ ਕਦੀ ਪਹਿਲਾਂ ਵੇਖਿਆ ਆਪਣੀ ਜ਼ਿੰਦਗੀ ਦੇ ਵਿੱਚ। ਸਮਰਦਾਰ ਕੀਰਤੀਆ ਨਾਮ। ਉਸ ਵੇਲੇ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਸੀਸ ਦੇ ਉੱਤੇ ਚੌਰ ਸਾਹਿਬ ਚਲਾ ਰਿਹਾ ਸੀ ਨਾ ਸਿੱਖ, ਜਿਸ ਦਾ ਨਾਮ ਭਾਈ ਕੀਰਤੀਆ ਹੈ। ਆਂਡੋ ਚੋਰ ਕਰਤ ਅਬਰਾਮ। ਬੜੇ ਸੋਹਣੇ ਢੰਗ ਦੇ ਨਾਲ ਇਹ ਖਲੋਤਾ ਹੋਇਆ ਗੁਰਾਂ ਦੇ ਪਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੀਸ ਤੇ ਚੌਰ ਕਰ ਰਿਹਾ ਸੀ। ਓੜਸ ਮਰਸ ਆਰ ਬਲ ਜਾਏ। 16 ਕੁ ਵਰ੍ਹਿਆਂ ਦੀ ਇਹਦੇ ਸਰੀਰ ਦੀ ਉਮਰ ਹੈ। ਪਾਲਕ ਪਿਗਤ ਹਰ ਖੋਰ ਮਾਏ। ਤੇ ਜਦੋਂ ਭਾਲੂ ਦਾ ਉਸ ਦਾ ਉਹ ਰਿਛ ਦਾ ਤਮਾਸ਼ਾ ਵੇਖਿਆ, ਹੋਰ ਤਾਂ ਸਿੱਖ ਖੁਸ਼ ਹੋ ਹੀ ਰਹੇ ਨੇ, ਪਰ ਕਹਿੰਦੇ ਵੀ ਇਹ ਜਿਹੜਾ ਭਾਈ ਕੀਰਤੀਆ ਹੈ ਨਾ, ਇਹ ਬਹੁਤਾ ਹੀ ਹੱਸਿਆ, ਇਹ ਬਹੁਤਾ ਹੀ ਖੁਸ਼ ਹੋਇਆ ਵੀ ਮਹਾਰਾਜ ਇਦਾਂ ਦਾ ਮੈਂ ਤਮਾਸ਼ਾ ਕਦੀ ਨਹੀਂ ਵੇਖਿਆ, ਵੀ ਕਿੱਡਾ ਵੱਡਾ ਤੇ ਕਿੱਡਾ ਤਗੜੀ ਦੇਹ ਇਸ ਰਿਛ ਦੀ ਆ। ਕਹਿਤ ਪਇਓ ਦੀਰਘ ਇਸ ਦੇ। ਉਹ ਵੀ ਕਹਿਣ ਲੱਗਾ ਮਹਾਰਾਜ ਦੀ ਦੇਹ ਵੇਖੋ ਕਿੱਡੀ ਦੀਰਘ, ਕਿੱਡਾ ਮੋਟਾ ਪਲਿਆ ਹੈ। ਮੰਗੈ ਲੀਨ ਸੇ ਦੁਖ ਦੇ। ਪਤਾ ਨਹੀਂ ਹੈ ਵੀ ਇਹਨੂੰ ਦੁੱਖ ਦੇਣ ਵਾਲੇ ਇਸ ਕਲੰਦਰ ਨੇ ਇਹਨੂੰ ਕਿਵੇਂ ਫੜ ਲਿਆ, ਕਿਉਂਕਿ ਸਰੀਰ ਬੜਾ ਮੋਟਾ ਤਾਜ਼ਾ, ਇਹਦੇ ਵਿੱਚ ਬਲ ਬੜਾ, ਇਹਨੂੰ ਤਾਂ ਵੇਖ ਕੇ ਡਰ ਲੱਗੀ ਜਾਂਦਾ। ਪਰ ਮਹਾਰਾਜ ਪਤਾ ਨਹੀਂ ਵੀ ਇਹ ਜਿਹੜਾ ਕਲੰਦਰ ਹੈ ਇਹਨੇ ਰਿਛ ਨੂੰ ਫੜਿਆ ਕਿਵੇਂ ਹੈ, ਕਾਬੂ ਕਰਕੇ ਕਿਵੇਂ ਲੈ ਆਇਆ। ਇਹਨੂੰ ਹੁਣ ਦੁੱਖ ਦਿੰਦਾ ਏ, ਜਿਵੇਂ ਚਾਹੁੰਦਾ ਉਸੇ ਤਰ੍ਹਾਂ ਨਚਾਉਂਦਾ ਹੈ। ਉਹ ਅਗ ਕਰ ਐਸੀ ਗਤ ਹੋਈ। ਸੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਮਹਾਰਾਜ ਦੇ ਮਗਰ ਖਲੋਤਾ ਸੀ। ਇਹ ਭਾਈ ਕੀਰਤੀਆ ਦਾ ਨਾਮ ਹੈ। ਤਾਂ ਜਦੋਂ ਸਤਿਗੁਰਾਂ ਦੇ ਲਾਗੇ ਖਲੋਤਾ ਹੋਇਆ ਕਹਿੰਦਾ ਮਹਾਰਾਜ ਏਡਾ ਵੱਡਾ ਜਿਹੜਾ ਇਹ ਰਿਛ ਹੈ ਕਿਵੇਂ ਇਸ ਕਲੰਦਰ ਨੇ ਫੜਿਆ, ਤੇ ਨਾਲ ਹੀ ਕਹਿੰਦਾ ਵੀ ਕੋ ਅੱਗ ਕਰਿਆ ਸੀ ਗਤ ਹੋਈ। ਮਹਾਰਾਜ ਕੀ ਇਹਨੇ ਪਾਪ ਕੀਤਾ ਹੋਊਗਾ ਪਿਛਲੇ ਜਨਮ 'ਚ, ਜਿਸ ਕਰਕੇ ਇਸ ਰਿਛ ਦੀ ਐਸੀ ਹਾਲਤ ਹੋ ਰਹੀ, ਇੰਨਾ ਔਖਾ ਹੋ ਰਿਹਾ ਹੈ। ਸ੍ਰੀ ਸਤਿਗੁਰ ਬਿਨ ਲਖੈ ਨਾ ਕੋਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਤੋਂ ਬਗੈਰ ਤਾਂ ਨਹੀਂ ਕੋਈ ਜਾਣ ਸਕਦਾ। ਇਹਨੇ ਭਾਈ ਕੀਰਤੀ ਇਹਨੇ 10ਵੇਂ ਪਾਤਸ਼ਾਹ ਨੂੰ ਹੀ ਸਵਾਲ ਕੀਤਾ, ਕਹਿਣ ਲੱਗਾ ਮਹਾਰਾਜ ਕਿੱਡਾ ਵੱਡਾ ਕਲੰਦਰ ਹੋ ਇਹ ਰਿਛ ਹੋ ਕੇ ਵੀ ਕਲੰਦਰ ਦੇ ਕਾਬੂ ਆਇਆ, ਇਹਨੇ ਕੋਈ ਪਿਛਲਾ ਜਨਮ 'ਚ ਕੋਈ ਵੱਡਾ ਹੀ ਪਾਪ ਕੀਤਾ ਹੋਣਾ, ਜਿਸ ਕਰਕੇ ਹੁਣ ਇਹਦੀ ਇਹ ਹਾਲਤ ਹੋ ਰਹੀ ਹੈ। ਤੇ ਹੇ ਮਹਾਰਾਜ ਤੁਹਾਡੇ ਬਿਨਾਂ ਤੋਂ ਤੇ ਕੋਈ ਜਾਣ ਨਹੀਂ ਸਕਦਾ, ਤੁਸੀਂ ਤੇ ਜਾਣਦੇ ਹੀ ਹੋਵੋਗੇ ਨਾ ਵੀ ਇਹਨੇ ਕੀ ਪਾਪ ਕੀਤਾ ਹੈ। ਸਭ ਸਿੱਖਨ ਮੈਂ ਕਰੁਣਾ ਸਾਗਰ। ਕਿਉਂਕਿ ਆਪ ਸਭ ਸਿੱਖਾਂ ਦੇ ਉੱਤੇ ਦਇਆ ਕਰਨ ਵਾਲੇ ਹੋ ਤੇ ਤਰਸਦੇ ਤਾਂ ਮਾਨੋ ਸਮੁੰਦਰ ਹੀ ਹੋ। ਤੁਹਾਡੇ ਵਿੱਚ ਇੰਨੀ ਕੁ ਦਇਆ ਏ ਵੀ ਕਦੀ ਖਤਮ ਹੀ ਨਹੀਂ ਹੁੰਦੀ। ਤਾਂ ਮੁਸਕਾਵਤ ਕਹਿਓ ਉਜਾਗਰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਗੱਲਾਂ ਸੁਣ ਕੇ ਉਦੋਂ ਮੁਸਕਰਾ ਪਏ ਤੇ ਪ੍ਰਗਟ ਹੀ ਕਹਿਣ ਲੱਗੇ, ਓ ਕੀਰਤੀਆ ਪੁਰ ਲਖ ਆਪ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹ ਭਾਈ ਕੀਰਤੀਆ, ਆ ਬਾਕੀ ਜਿੰਨੇ ਸਿੱਖ ਹੱਸਦੇ ਨੇ ਇਹ ਤਾਂ ਸਮਝ ਪੈਂਦੀ ਆ ਵੀ ਠੀਕ ਇਹਨਾਂ ਨੂੰ ਤਮਾਸ਼ਾ ਚੰਗਾ ਲੱਗਾ, ਇਹ ਪਏ ਜਿੰਨਾ ਮਰਜ਼ੀ ਹੱਸਣ, ਪਰ ਤੂੰ ਕਹਿੰਦੇ ਕਾਹਦੇ ਵਾਸਤੇ ਖੁਸ਼ ਹੋਣਾ ਹੈ ਵਾਰ-ਵਾਰ ਇਸ ਰਿਛ ਨੂੰ ਵੇਖ ਕੇ, ਇਸ ਰਿਛ ਦਾ ਤਮਾਸ਼ਾ ਵੇਖ ਕੇ ਤੂੰ ਕਿਉਂ ਖੁਸ਼ ਹੋਣਾ? ਤੈਨੂੰ ਪਤਾ ਹੈ ਵੀ ਇਹ ਰਿਛ ਕੌਣ ਹੈ? ਪ੍ਰਥਮ ਜਨਮ ਮੈਂ ਇਹ ਤੋ ਬਾਪ। ਕਹਿਣ ਲੱਗਾ ਮਹਾਰਾਜ ਮੈਨੂੰ ਨਹੀਂ ਪਤਾ, ਮੈਂ ਤਾਂ ਰਿਛ ਸਮਝ ਕੇ ਜਿਵੇਂ ਬਾਕੀ ਸਿੱਖ ਖੁਸ਼ ਹੋ ਰਹੇ ਨੇ ਉਵੇਂ ਮੈਂ ਹੱਸ ਰਿਹਾ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਿਰ ਸੁਣ, ਕਹਿੰਦੇ ਵੀ ਇਹ ਜਿਹੜੇ ਰਿਛ ਦਾ ਤੂੰ ਕਹਿੰਦਾ ਨਾ ਵੀ ਕਿੱਡਾ ਵੱਡਾ ਸਰੀਰ ਹੈ, ਪਤਾ ਨਹੀਂ ਇਹਨੇ ਕੀ ਪਾਪ ਕੀਤਾ ਹੋਊਗਾ, ਇਹ ਦੇਹ ਪਾਈ ਹੈ ਤੇ ਵੇਖ ਵੇਖ ਕੇ ਜਿਹਨੂੰ ਖੁਸ਼ ਹੋਣਾ। ਭਾਈ ਕੀਰਤੀਆ ਇਹਦਾ ਜਿਹੜਾ ਇਸ ਤੋਂ ਪਹਿਲਾ ਜਨਮ ਸੀ ਨਾ, ਉਸ ਪਹਿਲੇ ਜਨਮ ਵਿੱਚ ਇਹ ਤੇਰਾ ਪਿਓ, ਇਹ ਤੇਰਾ ਬਾਪ ਸੀ, ਭਾਵ ਤੂੰ ਇਹਦਾ ਪੁੱਤਰ ਹੈ। ਅਗ ਬੜ ਪਾਲਕ ਦੇ ਪਇਓ ਹੈ। ਕਿਉਂਕਿ ਨੇ ਬਹੁਤ ਵੱਡਾ ਪਾਪ ਕੀਤਾ, ਜਿਸ ਕਰਕੇ ਇਹਦੀ ਐਡੀ ਵੱਡੀ ਤਗੜੀ ਰਿਛ ਦੀ ਦੇਹ ਨੂੰ ਪ੍ਰਾਪਤ ਹੋਈ ਹੈ। ਗਇਓ ਇਹਨੂੰ ਕੇ ਬਸੀ ਥੀਓ ਹੈ। ਉਹ ਪਾਪਾਂ ਦਾ ਫਲ ਭੋਗਣ ਦੇ ਵਾਸਤੇ ਇਹ ਕਲੰਦਰਾਂ ਨੇ ਇਹਨੂੰ ਪਕੜਿਆ ਹੈ ਤੇ ਹੁਣ ਉਹਨਾਂ ਦੇ ਅਨੁਸਾਰੀ ਹੋ ਕੇ ਨੱਚਦਾ ਟੱਪਦਾ ਤੇ ਦੁੱਖ ਪਾ ਰਿਹਾ ਏ। ਕੀਰਤ
ਕੀਰਤੀਆ ਸਮੇਤ ਸਿੱਖ ਤਾਂ। ਜਦੋਂ ਗੁਰੂ ਕਲਗੀਧਰ ਮਹਾਰਾਜ ਨੇ ਭਾਈ ਕੀਰਤੀਏ ਨੂੰ ਕਿਹਾ ਵੀ ਇਹ ਤੇਰਾ ਪਿਓ ਹੈ ਪਿਛਲੇ ਜਨਮ ਦੇ ਵਿੱਚ, ਜਿਹੜਾ ਹੁਣ ਰਿਸ਼ ਬਣ ਕੇ ਆਇਆ, ਤਾਂ ਭਾਈ ਕੀਰਤੀਏ ਦੇ ਸਮੇਤ ਜਿਹੜੇ ਹੋਰ ਕੁਝ ਸਿੱਖ ਬੈਠੇ ਸਨ ਉੱਥੇ। ਮਾਨਿਓ ਸੁਨਤ ਅਚੰਭਾ ਮਹਾ। ਦਸਮ ਪਾਤਸ਼ਾਹ ਦੀ ਇਹ ਗੱਲ ਸੁਣ ਕੇ ਸਾਰੇ ਬੜੇ ਹੈਰਾਨ ਅਚੰਭਤ ਹੋਏ ਵੀ ਗੁਰੂ ਸਾਹਿਬ ਜੀ ਝੂਠ ਤਾਂ ਨਹੀਂ ਕਹਿ ਸਕਦੇ ਵੀ ਜੇ ਮਹਾਰਾਜ ਨੇ ਕਿਹਾ ਵੀ ਇਹ ਭਾਈ ਕੀਰਤੀਏ ਤੇਰਾ ਪਿਓ ਹੈ ਪਿਛਲੇ ਜਨਮ 'ਚ, ਤਾਂ ਸਾਰੇ ਅਚਰਜ ਹੈਰਾਨ ਹੋ ਗਏ ਇੱਕਦਮ ਕਿ ਵੀ ਇਹ ਗੁਰੂ ਸਾਹਿਬ ਕੀ ਕਹਿ ਰਹੇ ਹਨ। ਹੱਥ ਜੋੜ ਕਰ ਬਿਨੈ ਸੁਨਾਈ। ਉਸ ਵੇਲੇ ਹੱਥ ਜੋੜ ਕਰਕੇ ਭਾਈ ਕੀਰਤੀਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਣ ਵਾਸਤੇ ਕਹਿਣ ਲੱਗਾ, ਸ੍ਰੀ ਸਤਿਗੁਰੇ ਕਾਂ ਅਲਾਈ। ਹੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਤਾਂ ਜੇ ਇਹ ਰਿਸ਼ ਨੂੰ ਵੇਖ ਕੇ ਹੱਸ ਰਿਹਾ ਸੀ ਤੇ ਤੁਹਾਨੂੰ ਸੁਭਾਵਿਕ ਹੀ ਪੁੱਛ ਬੈਠਾ, ਪਰ ਆ ਤੁਸੀਂ ਆਪਣੇ ਮੁਖੋਂ ਕੀ ਬਚਨ ਕਿਹਾ ਹੈ ਵੀ ਇਹ ਤੇਰਾ ਪਿਓ ਹੈ। ਆਪ ਕੇ ਪਾਸ ਸਦੀਵ। ਕਿਉਂਕਿ ਜਿਹੜਾ ਮੇਰਾ ਪਿਤਾ ਸੀ ਉਹ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਸਦਾ ਰਿਹਾ ਸੇਵਾ ਕਰਦਾ। ਫਿਰ ਉਹਨਾਂ ਤੋਂ ਵੱਡੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਉਹਨਾਂ ਤੋਂ ਵੱਡੇ ਗੁਰੂ ਹਰਿਰਾਏ ਸਾਹਿਬ ਜੀ ਦੀ ਵੀ ਸੰਗਤ ਕੀਤੀ ਹੈ। ਮਹਾਰਾਜ ਤੁਹਾਡੇ ਪਿਤਾ ਤੇ ਵੱਡੇ ਸਤਿਗੁਰਾਂ ਦੇ ਕੋਲ ਮਮ ਪਿਤਾ ਰਿਓ ਸੇਵ ਕਰਤੀ। ਮੇਰਾ ਪਿਤਾ ਰਹਿ ਕੇ ਗੁਰੂ ਘਰ ਵਿੱਚ ਬੜੀ ਸੇਵਾ ਕਰਦਾ ਰਿਹਾ। 7ਵੇਂ 8ਵੇਂ 9ਵੇਂ ਪਾਤਸ਼ਾਹ ਦੀ ਸੇਵਾ ਕੀਤੀ ਹੈ। ਸੰਗਤ ਕੀ ਅਰਦਾਸ ਕਰੰਤਾ। ਤੇ ਮਹਾਰਾਜ ਜਿੰਨੀ ਮੈਨੂੰ ਸਮਝ ਆ, ਕਹਿੰਦੇ ਸੀ ਵੀ ਮੇਰਾ ਜਿਹੜਾ ਬਾਪ ਸੀ ਉਹ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਬਹੁਤ ਕਰਦਾ ਹੁੰਦਾ ਸੀ। ਸ਼ੋਭਾ ਰਾਮ ਜੋ ਪ੍ਰਸਾਦ ਹੋਏ ਸੋ ਵਰਤੰਤਾ। ਤੇ ਜੋ ਕੋਈ ਸਿੱਖ ਸੰਗਤ ਪ੍ਰਸ਼ਾਦ ਦੇਗ ਲੈ ਕੇ ਆਉਂਦੀ ਅਰਦਾਸ ਕਰਕੇ ਤੇ ਵਰਤਾਉਣ ਦੀ ਪ੍ਰਸ਼ਾਦ ਵਰਤਾਉਣ ਦੀ ਸੇਵਾ ਕਰਦਾ ਸੀ। ਰਹਿਤ ਜੂਰ ਕਰਤ ਨਿਤ ਸੇਵਾ। ਤੇ ਮਹਾਰਾਜ ਮੇਰਾ ਬਾਪ ਤਾਂ ਸਦਾ ਹੀ ਤੁਹਾਡੇ ਪਿਤਾ ਜੀ ਦੇ ਕੋਲ, ਉਹਨਾਂ ਤੋਂ ਵੱਡੇ ਸਤਿਗੁਰਾਂ ਦੇ ਕੋਲ ਰਹਿ ਕੇ ਤੇ ਸ਼ੋਭਾ ਰਾਮ ਮੇਰਾ ਬਾਪ ਬਹੁਤ ਸੇਵਾ ਕਰਦਾ ਰਿਹਾ। ਨੌਵੇਂ ਪਾਤਸ਼ਾਹ ਗੁਰਦੇਵਾ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਤਾਂ ਮੇਰੇ ਪਿਤਾ ਸ਼ੋਭਾ ਰਾਮ ਨੇ ਬਹੁਤ ਸੇਵਾ ਕਮਾਈ ਕੀਤੀ। ਕਰਿਓ ਹਜ਼ਾਰਨ ਕੋ ਕਲਿਆਣਾ। ਜਿਸ ਗੁਰੂ ਤੇਗ ਬਹਾਦਰ ਸਾਹਿਬ ਨੇ ਮਹਾਰਾਜ ਹਜ਼ਾਰਾਂ ਹੀ ਗੁਰਸਿੱਖਾਂ ਦੀ ਕਲਿਆਣ ਕੀਤੀ ਹੈ, ਬੇਅੰਤ ਜੀਵਾਂ ਨੂੰ ਮੁਕਤ ਕੀਤਾ ਹੈ। ਕੋ ਸੇਵਤ ਰਹਿਓ ਮਾਨ। ਉਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਮੇਰਾ ਪਿਤਾ ਕਰਦਾ ਰਿਹਾ। ਜੇ ਤਿਸ ਕੋ ਐਸੇ ਫਲ ਭਇਓ। ਤੇ ਮਹਾਰਾਜ ਜਿਵੇਂ ਤੁਸੀਂ ਦੱਸਿਆ ਵੀ ਇਹ ਜਿਹੜਾ ਰਿਸ਼ ਬਣਿਆ ਹੁਣੇ ਪਿਛਲੇ ਜਨਮ 'ਚ ਤੇਰਾ ਬਾਪ ਸੀ, ਤੇ ਮਹਾਰਾਜ ਜੇ ਤੁਹਾਡੇ ਪਿਤਾ ਦੀ ਸੇਵਾ ਕਰਨ ਦਾ ਮੇਰੇ ਪਿਤਾ ਨੂੰ ਆਹ ਫਲ ਮਿਲਿਆ ਹੈ, ਆਹ ਲਾਭ ਹੋਇਆ ਏ। ਮਾਨੁਖ ਤਨ ਤੇ ਪਾਲਕ ਥੀਓ। ਵੇ ਮਨੁੱਖਾ ਜਨਮ ਤੋਂ ਬਾਅਦ ਮਰ ਕੇ ਤੇ ਉਹ ਰੇਸ਼ੀ ਬਣਨਾ ਸੀ ਮਹਾਰਾਜ ਸੇਵਾ ਕਰਕੇ, ਤਾਂ ਕੀ ਫਲ ਮਿਲਿਆ। ਇਸ ਗੁਰ ਕੇ ਸਪੂਤ ਹੋਆ। ਤੇ ਨਾਲ ਹੀ ਭਾਈ ਕੀਰਤੀਆ ਕਹਿਣ ਲੱਗਾ, ਮਹਾਰਾਜ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੀ ਮੇਰੇ ਬਾਪ ਨੇ ਸੇਵਾ ਕੀਤੀ ਹੈ, ਤੇ ਫਿਰ ਉਹ ਸੇਵਾ ਕਰਕੇ ਤੁਹਾਡੇ ਕਹੇ ਮੁਤਾਬਕ ਉਹ ਰਿਸ਼ ਬਣ ਗਿਆ। ਉਸ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਪੁੱਤਰ ਦਸਮ ਗੁਰੂ ਜੀ ਤੁਸੀਂ ਹੋ। ਸੇਵਤ ਹੋ ਤੋ ਜਿਨੋ ਮਮ ਬਾਪ। ਸੇਵਤ ਹੋ ਤੋ ਜਿਨੋ ਮਮ ਬਾਪ। ਜਿਸ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੇਰਾ ਬਾਪ ਸੇਵਦਾ ਸੀ, ਸੇਵਾ ਕਰਦਾ ਸੀ, ਉਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੁਪੁੱਤਰ ਤੁਸੀਂ ਹੋ ਗੁਰੂ ਕਲਗੀਧਰ ਜੀ। ਸੋ ਪਾਲਕ ਤਨ ਪਾਇਮ ਭਨਿਓ। ਤੇ ਹੈ ਗਰੀਬ ਨਵਾਜ ਉਹ ਮੇਰਾ ਪਿਤਾ ਦੇ ਸੇਵਾ ਕਰਦਾ ਰਿਹਾ, ਤੇ ਜਿਵੇਂ ਤੁਸੀਂ ਕਿਹਾ ਹੈ ਵੀ ਉਹਨੂੰ ਤਾਂ ਸੇਵਾ ਦਾ ਫਲ ਮਿਲ ਗਿਆ ਵੀ ਰਿਸ਼ ਦੀ ਦੇਹੀ ਪ੍ਰਾਪਤ ਹੋਈ ਹੈ। ਮੁਝ ਕੋ ਬੰਦਰ ਚਈਅਤ ਬਨਿਓ। ਤੇ ਮੈਂ ਤੇ ਫਿਰ ਮਹਾਰਾਜ ਤੁਹਾਡੀ ਸੇਵਾ ਕਰਦਾ, ਮੈਨੂੰ ਤਾਂ ਫਿਰ ਜ਼ਰੂਰ ਬਾਂਦਰ ਹੀ ਬਣਨਾ ਚਾਹੀਦਾ ਵੀ ਤੁਹਾਡੇ ਕਹੇ ਮੁਤਾਬਕ ਮੈਂ ਤਾਂ ਫਿਰ ਬਾਂਦਰ ਹੀ ਬਣੂੰਗਾ ਨਾ। ਵੀ ਜੇ ਮੇਰਾ ਪਿਤਾ ਗੁਰੂ ਘਰ ਦੀ ਸੇਵਾ ਕਰਕੇ ਤੇ ਰਿਸ਼ ਦੀ ਜੂਨੀ ਵਿੱਚ ਆਇਆ ਹੈ, ਤਾਂ ਮਹਾਰਾਜ ਹੁਣ ਤੁਹਾਡੀ ਮੈਂ ਸੇਵਾ ਕਰ ਰਿਹਾ। ਮੇਰਾ ਬਾਪ ਤੁਹਾਡੇ ਪਿਤਾ ਜੀ ਦੀ ਸੇਵਾ ਕਰਦਾ ਸੀ, ਉਹ ਤਾਂ ਬਣ ਗਿਆ ਰਿਸ਼। ਹੁਣ ਮੈਂ ਤੁਹਾਡੀ ਸੇਵਾ ਕਰਦਾ ਤੇ ਮੈਨੂੰ ਇਹੀ ਫਲ ਮਿਲੂ ਨਾ।
ਵੀ ਮੈਂ ਬਾਂਦਰ ਦੀ ਜੂਨ ਵਿੱਚ ਜਾਵਾਂਗਾ। ਰਾਵਰ ਕੀ ਸੇਵਾ ਫਲ ਐਸੇ। ਕਿਉਂਕਿ ਮੈਨੂੰ ਤਾਂ ਇਉਂ ਲੱਗ ਰਿਹਾ ਵੀ ਜੇ ਤੁਹਾਡੀ ਸੇਵਾ ਕਰਕੇ ਮਹਾਰਾਜ ਐਸਾ ਹੀ ਫਲ ਮਿਲਣਾ ਹੈ, ਐਸਾ ਹੀ ਲਾਭ ਮਿਲਣਾ ਹੈ ਵੀ ਰਿਸ਼ ਤੇ ਬਾਂਦਰ ਹੀ ਬਣਨਾ ਹੈ। ਫੇਰ ਮਾਨੁਖ ਲਖੈ ਕਰੈ ਤਬ ਕੈਸੇ। ਫਿਰ ਦੱਸੋ ਮਹਾਰਾਜ, ਮਾਨੁਖ ਲਖੈ ਕਰੇ ਤਬ ਕੈਸੇ। ਜਿਨ੍ਹਾਂ ਨੂੰ ਪਤਾ ਲੱਗਦਾ ਗਿਆ ਵੀ ਇਹ ਵੇਖੋ ਵੀ ਰਿਸ਼ ਬਣਿਆ, ਇਹ ਗੁਰੂ ਘਰ ਦੀ ਸੇਵਾ ਕਰਦਾ ਸੀ। ਹੋਰ ਜਿਵੇਂ ਤੁਸੀਂ ਦੱਸੋ ਵੀ ਹੋਰ ਕੋਈ ਜੂਨੀ 'ਚ ਚਲਾ ਗਿਆ ਜਿਹੜਾ ਜੀਵ ਤੁਹਾਡੀ ਸੇਵਾ ਕਰੂ। ਫਿਰ ਜਿਨ੍ਹਾਂ ਨੂੰ ਸਮਝ ਆ ਗਈ, ਹੇ ਗੁਰੂ ਕਲਗੀਧਰ ਮਹਾਰਾਜ ਦੱਸੋ ਫਿਰ ਤੁਹਾਡੀ ਸੇਵਾ ਕਿਉਂ ਕਰਨਗੇ, ਫਿਰ ਕਿਵੇਂ ਸੇਵਾ ਕਰਨਗੇ, ਜਦੋਂ ਪਤਾ ਹੈ ਵੀ ਸੇਵਾ ਕਰਕੇ ਰਿਸ਼ ਜਾਂ ਬਾਂਦਰ ਦੀ ਜੂਨ ਵਿੱਚ ਹੀ ਜਾਣਾ ਹੈ। ਉਤਮ ਪਦ ਮੁਕਤੀ ਲੌਜ ਹੋਏ। ਕਿਉਂਕਿ ਜਿਹੜਾ ਉੱਤਮ ਪਦ ਹੈ, ਸਭ ਤੋਂ ਚੰਗੀ ਅਵਸਥਾ ਹੈ, ਜੰਮਣ ਮਰਨ ਕੱਟਿਆ ਜਾਣਾ, ਜੋ ਮੁਕਤੀ ਦੀ ਦਾਤ ਹੈ। ਜਾਤ ਨਰ ਸੋ ਸੇਵਕ ਹੋਏ। ਆ ਸੇਵਾ ਕਰਨ ਵਾਲੇ ਤਾਂ ਮੁਕਤੀ ਦੀ ਇੱਛਾ ਰੱਖ ਕੇ ਗੁਰੂ ਘਰ ਵਿੱਚ ਸੇਵਾ ਕਰਦੇ ਹਨ, ਪਰ ਜੇ ਉਲਟਾ ਮੁਕਤ ਹੋਣ ਦੇ ਥਾਂ ਤੇ ਟੇਢੀਆਂ ਜੂਨਾਂ 'ਚ ਪੈਣਾ, ਫਿਰ ਕਿਉਂ ਕੋਈ ਸੇਵਾ ਕਰੂਗਾ। ਜੇ ਪ੍ਰਾਪਤ ਹੋਏ ਫਲ ਵਿਪਰੀਤ। ਹੇ ਮਹਾਰਾਜ, ਸੇਵਾ ਕਰਕੇ ਉਲਟਾ ਹੀ ਫਲ ਮਿਲਣਾ ਹੈ। ਮੁਕਤ ਹੋਣ ਦੇ ਥਾਂ ਤੇ ਆ ਰੇਸ਼ੀ ਬਣਨਾ ਹੈ, ਹੋਰ ਬੰਦਰਾਂ ਦੀ ਜੂਨ 'ਚ ਹੀ ਆਉਣਾ ਹੈ। ਵੈਸੇ ਮੈਂ ਤੁਮਕੋ ਡਰ ਚੀਤ। ਮਹਾਰਾਜ ਆਪਣੇ ਦਿਲ ਵਿੱਚ ਸਾਰੇ ਡਰਿਆ ਕਰਨਗੇ, ਕੋਈ ਤੁਹਾਡੀ ਸੇਵਾ ਨਹੀਂ ਕਰੂਗਾ। ਸਾਰੇ ਡਰਨਗੇ ਵੀ ਸੇਵਾ ਕਰਕੇ ਰਿਸ਼ ਬਣੀਦਾ ਹੈ। ਸਿੱਖਨ ਗਨ ਕੇ ਆਸ਼ਰੇ ਆਹੋ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਬੇਅੰਤੀ ਬਹੁਤ ਹੀ ਸਿੱਖਾਂ ਦੇ ਆਸਰਾ ਹੋ। ਤੁਹਾਡੇ ਤੇ ਬੜੀਆਂ ਆਸਾਂ ਨੇ, ਤੁਹਾਡਾ ਹੀ ਸਹਾਰਾ ਹੈ ਸਭ ਸਿੱਖ ਸੰਗਤਾਂ ਨੂੰ। ਕਾਰਨ ਪਾ ਸ੍ਰੀ ਗੁਰ ਕਹੋ। ਤੇ ਫਿਰ ਨਾਲ ਹੀ ਪੁੱਛਿਆ, ਸਤਿਗੁਰੂ ਜੀ ਮੇਰਾ ਬਾਪ ਮਰ ਕੇ ਰਿਸ਼ ਕਿਉਂ ਬਣਿਆ, ਇਹਦਾ ਕੀ ਕਾਰਨ ਹੈ, ਕਿਹੜੇ ਕਰਮ ਦਾ ਨੂੰ ਫਲ ਭੋਗਣਾ ਪਿਆ, ਇਹ ਤੁਸੀਂ ਦੱਸਣਾ ਕਰੋ। ਜਦੋਂ ਇਹਨੇ ਕਿਹਾ ਸੀ ਨਾ ਵੀ ਮਹਾਰਾਜ ਜੇ ਮੇਰਾ ਪਿਓ ਸੇਵਾ ਕਰਦਾ, ਤੁਹਾਡੇ ਪਿਤਾ ਜੀ ਦੀ ਰਿਸ਼ ਬਣ ਗਿਆ, ਮੈਂ ਤੁਹਾਡੀ ਸੇਵਾ ਕਰਦਾ ਤੇ ਬਾਂਦਰ ਬਣੂ ਫਿਰ, ਤਾਂ ਮਹਾਰਾਜ ਮੁਸਕਰਾ ਕੇ ਹੱਸ ਕੇ ਕਹਿਣ ਲੱਗੇ ਸਨ ਵੀ ਉਹਨੇ ਕਰਮ ਕੀਤਾ ਤੇ ਉਹ ਰਿਸ਼ ਬਣ ਗਿਆ। ਜੇ ਕੋਈ ਬਾਂਦਰ ਬਣਨ ਵਾਲਾ ਕਰਮ ਕਰੂਗਾ ਤੇ ਉਹ ਬਾਂਦਰ ਵੀ ਜ਼ਰੂਰ ਬਣੂਗਾ, ਵੀ ਇਹਦੇ ਵਿੱਚ ਵੀ ਕੋਈ ਗੱਲ ਲੁਕੀ ਨਹੀਂ ਹੈ। ਜਿੱਦਾਂ ਦਾ ਕੋਈ ਕਰਮ ਕਮਾਊਗਾ ਉਸੇ ਤਰ੍ਹਾਂ ਦੀ ਸਤਿਗੁਰੂ ਕਹਿੰਦੇ ਵੀ ਦੇਹੀ ਦਾ ਉਹਨੂੰ ਪੌਣੀ ਫਲ ਭੋਗਣਾ ਪਵੇਗਾ। ਫਿਰ ਸੰਗਤ ਨੇ ਵੀ ਕਿਹਾ, ਭਾਈ ਕੀਰਤੀਏ ਨੇ ਵੀ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਜੇ ਵਾਕਈ ਇਹ ਮੇਰਾ ਬਾਪ ਹੁਣ ਰਿਸ਼ ਬਣਿਆ ਏ ਤਾਂ ਇਹ ਦੱਸੋ ਵੀ ਇਹਨੂੰ ਇਹ ਕਿਹੜਾ ਫਲ ਮਿਲਿਆ, ਕੀ ਕਾਰਨ ਹੋਇਆ ਜਿਸ ਕਰਕੇ ਇਹਨੂੰ ਸਿੱਖੀ ਦੀ ਸੇਵਾ ਕਮਾਉਂਦਿਆਂ ਹੋਇਆਂ ਵੀ ਮੁਕਤੀ ਨਾ ਮਿਲ ਕੇ ਤੇ ਰਿਸ਼ ਬਣਨਾ ਪਿਆ। ਸਿੱਖ ਗੁਰਦਾਸ ਨਾਮ ਇਸ ਕੇਰ। ਤੇ ਨਾਲ ਹੀ ਕਹਿਣ ਲੱਗਾ, ਮਹਾਰਾਜ ਇਹ ਜਿਹੜਾ ਹੁਣ ਰਿਸ਼ ਹੈ ਨਾ ਬਣਿਆ ਮੇਰਾ ਬਾਪ, ਇਹ ਤੁਹਾਡਾ ਸਿੱਖ ਹੈ ਤੇ ਗੁਰਦਾਸ ਇਹਦਾ ਨਾਮ ਹੈ। ਗੁਰਦਾਸ ਵੀ ਨਾਮ ਸੀ ਤੇ ਸ਼ੋਭਾ ਰਾਮ ਇਹਦਾ ਉਪਨਾਮ ਸੀ। ਸੋ ਇਸ ਕਰਕੇ ਮਹਾਰਾਜ ਇਹ ਜਿਹੜਾ ਮੇਰਾ ਬਾਪ ਗੁਰਦਾਸ ਜਾਂ ਕਹਿ ਲਓ ਵੀ ਸ਼ੋਭਾ ਰਾਮ, ਹੁਣ ਇਹ ਰਿਸ਼ ਦੀ ਭਾਲੂ ਦੀ ਜੂਨ ਦੇ ਵਿੱਚ ਹੈ। ਰੱਖੋ ਜੈ ਕੈ ਲਾਜ ਕਨੇਰ। ਮਹਾਰਾਜ ਮੇਰੀ ਬੇਨਤੀ ਹੈ ਵੀ ਤੁਸੀਂ ਕਿਰਪਾ ਕਰਕੇ ਰੱਖ ਲਵੋ, ਲੱਜਿਆ ਰੱਖੋ ਮਹਾਰਾਜ, ਬਚਾਵੋ। ਜੇ ਇਹ ਟੇਢੀ ਜੂਨ ਵਿੱਚ ਪਿਤਾ ਮੇਰਾ ਪੈ ਗਿਆ, ਆਪ ਕਲਿਆਣ ਕਰੋ ਇਸ ਦੀ। ਨਾਲ ਇਹ ਦੱਸੋ ਵੀ ਇਹਨੂੰ ਦੇਹ ਮਿਲੀ ਕਿਉਂ ਹੈ। ਜਾਂ ਤੇ ਕਰਨਾ ਕਰੋ ਸੁਣਾਵੋ। ਮਹਾਰਾਜ ਕਰਨਾ ਕਰਕੇ ਮਿਹਰ ਕਰਕੇ ਸਾਰਿਆਂ ਨੂੰ ਸੁਣਾ ਕੇ ਬੋਲ ਕੇ ਦੱਸੋ ਰਿਸ਼ ਦੀ ਜੂਨ ਵਿੱਚ ਆਉਣ ਦਾ ਕਾਰਨ। ਹੁਣੇ ਜੂਨ ਦੁੱਖ ਤੇ ਛੁਟਵਾਵੋ। ਤੇ ਫੇਰ ਮਹਾਰਾਜ ਇਹਦੀ ਜਿਹੜੀ ਇਹ ਜੂਨ ਹੈ ਨਾ ਦੁਖਦਾਈ, ਵੇਖੋ ਕਲੰਦਰ ਜਿਵੇਂ ਡੰਡਾ ਜਿਹਾ ਵਿਖਾਉਂਦਾ, ਜਿਵੇਂ ਨਚਾਉਂਦਾ, ਉਸੇ ਤਰ੍ਹਾਂ ਨੱਚ ਰਿਹਾ ਉਵੇਂ ਕਰ ਰਿਹਾ ਹੈ। ਕਿੱਡੀ ਦੁਖਦਾਈ ਜੂਨ ਹੈ, ਇਹਦੇ ਵਿੱਚੋਂ ਵੀ ਮਹਾਰਾਜ ਛੁਟਕਾਰਾ ਕਰਾ ਦਿਓ। ਆਸ਼ਾ ਸਭ ਸਿੱਖਨ ਕੋ ਔਰ ਨਾ। ਕਿਉਂਕਿ ਸਭ ਜਿੰਨੇ ਵੀ ਸਿੱਖ ਇੱਥੇ ਬੈਠੇ ਐ ਮਹਾਰਾਜ, ਤੁਹਾਡੇ ਤੋਂ ਬਗੈਰ ਹੋਰ ਕਿਸੇ ਤੇ ਵੀ ਆਸ ਨਹੀਂ ਹੈ ਸਾਡਾ ਤਾਂ ਹੋਰ ਕੋਈ ਆਸਰਾ ਨਹੀਂ ਸਿੱਖਾਂ ਦਾ, ਕੋਈ ਤੁਹਾਡੇ ਬਿਨਾ ਹੋਰ ਸਹਾਰਾ ਨਹੀਂ ਹੈ। ਤੁਮ ਬਿਨ ਸ੍ਰੇ ਪਾਏ ਕਿਤ ਠੌਰ ਨਾ। ਜੇ ਤੁਸੀਂ ਨਹੀਂ ਮਹਾਰਾਜ ਸਾਨੂੰ ਮੁਕਤੀ ਦਵੋਗੇ, ਤੁਹਾਡੇ ਤੋਂ ਬਿਨਾ ਦੱਸੋ ਅਸੀਂ ਕਿੱਥੇ ਜਾ ਕੇ ਮੁਕਤ ਹੋਵਾਂਗੇ।
ਜੇ ਗੁਰੂ ਨਾਨਕ ਦੇ ਘਰ ਚੋਂ ਸਾਡੀ ਕਲਿਆਣ ਨਾ ਹੋਈ ਫਿਰ ਸਾਡੀ ਬਾਹ ਕਿੰਨੇ ਫੜਨੀ ਹੈ। ਸ੍ਰੀ ਸਤਿਗੁਰ ਤਬ ਸਰਬ ਸੁਨਾਈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਸਾਰੀ ਗੱਲ ਖੋਲ ਕੇ ਦੱਸਣਾ ਕੀਤੀ ਏ ਭਾਈ ਕੀਰਤੀਏ ਦੇ ਤੇ ਹੋਰ ਸਿੱਖਾਂ ਦੇ ਬੇਨਤੀ ਕਰਨ ਤੇ। ਹੋਏ ਪਿਤਾਇਮ ਜੂਨੀ ਪਾਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੱਸਿਆ ਵੀ ਤੇਰੇ ਪਿਤਾ ਨੇ ਇਸ ਤਰ੍ਹਾਂ ਜੂਨ ਪਾਈ ਹੈ ਭਾਈ। ਇਹ 1734 ਦਾ ਵਾਕਿਆ ਲਿਖਿਆ ਹੈ ਵਿਦਵਾਨਾਂ ਨੇ। ਗੁਰਗੱਦੀ ਤੇ ਜਦੋਂ ਮਹਾਰਾਜ ਬਰਾਜੇ 2 ਸਾਲ ਬਾਅਦ ਇਹ ਘਟਨਾ ਹੋਈ ਤੇ ਸਤਿਗੁਰਾਂ ਇਹ ਵੀ ਦੱਸਿਆ ਸੀ ਵੀ ਭਾਈ ਕੀਰਤੀਆ ਅੱਜ ਤੋਂ 8 ਸਾਲ ਪਹਿਲਾਂ ਤੇਰਾ ਪਿਤਾ ਚੜ੍ਹਾਈ ਕੀਤਾ ਸੀ ਤੇ ਉੱਤਰਕਾਂਸ਼ੀ ਦੇ ਪਹਾੜਾਂ ਦੇ ਵਿੱਚ ਇਹਦਾ ਜਨਮ ਹੋਇਆ ਤੇ ਇਹ ਇਸ ਪ੍ਰਕਾਰ ਇਹ ਰਿਸ਼ ਦੀ ਜੂਨ ਵਿੱਚ ਆਇਆ। ਤਾਂ ਕਲੰਦਰਾਂ ਨੇ ਵੀ ਹਾਮੀ ਭਰੀ ਸੀ ਵੀ ਹਾਂ ਮਹਾਰਾਜ ਬਿਲਕੁਲ ਅਸੀਂ ਇਹਨੂੰ ਉੱਥੋਂ ਕੀ ਫੜ ਕੇ ਲਿਆਏ ਆ ਜਿੱਥੋਂ ਤੁਸੀਂ ਦੱਸਿਆ ਹੈ। ਉਹ ਗੁਰੂ ਕਲਗੀਧਰ ਮਹਾਰਾਜ ਸਾਰੀ ਫਿਰ ਗੱਲ ਦੱਸਣ ਲੱਗੇ। ਕਹਿਣ ਲੱਗੇ ਭਾਈ ਕੀਰਤੀਆ ਜਿਹੜਾ ਤੇਰਾ ਪਿਤਾ ਹੈ ਨਾ ਇਹ ਤੇਰੇ ਪਿਤਾ ਨੇ ਕੀ ਕੀਤਾ ਵੀ ਇਹ ਸੇਵਾ ਕਰਦਾ ਸੀ ਤੇ ਜਿਸ ਕਾਰਨ ਇਹਨੇ ਰਿਸ਼ ਦੀ ਜੂਨੀ ਪਾਈ ਉਹ ਤੈਨੂੰ ਦੱਸਦੇ ਆ। ਪੰਚਾ ਅੰਮ੍ਰਿਤ ਆਇਓ ਗੁਰ ਪਾਸਾ। ਇੱਕ ਦਿਨ ਦੀ ਗੱਲ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਧਰੇ ਜਾ ਰਹੇ ਸਨ ਤੇ ਕਿਤੇ ਰਾਹ ਵਿੱਚ ਹੀ ਡੇਰਾ ਲੱਗਾ ਸੀ ਤੇ ਕੋਈ ਗੁਰਸਿੱਖ ਸੰਗਤਾਂ ਬਹੁਤ ਹੀ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਮਹਾਰਾਜ ਦੇ ਹਜ਼ੂਰ ਆਈਆਂ। ਤੋ ਪਿਤ ਨੇ ਕਰਕੇ ਅਰਦਾਸ। ਤੇ ਜਿਹੜਾ ਤੇਰਾ ਪਿਤਾ ਗੁਰਦਾਸ ਹੈ ਜਾਂ ਸੋਭਾ ਰਾਮ ਹੈ ਇਹਨੇ ਅਰਦਾਸ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਕੜਾਹ ਪ੍ਰਸ਼ਾਦ ਦੀ। ਵਰਤਾਵਨ ਲਗ ਸੰਗਤ ਮਾਈ। ਫਿਰ ਕੜਾਹ ਪ੍ਰਸ਼ਾਦ ਦੀ ਦੇਗ ਸੰਗਤ ਦੇ ਵਿੱਚ ਵਰਤਾਉਣ ਲੱਗ ਪਿਆ। ਜਦੋਂ ਭੋਗ ਲੱਗ ਗਿਆ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਸਨੇ ਸਨੇ ਦੇਤੇ ਸਭ ਪਾਈ। ਤੇ ਜਿੰਨੀਆਂ ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਬੈਠੀਆਂ ਸਨ ਸਹਿਜੇ ਸਹਿਜੇ ਪ੍ਰਸ਼ਾਦ ਸਾਰਿਆਂ ਨੂੰ ਸੋਭਾ ਰਾਮ ਦਈ ਜਾ ਰਿਹਾ ਹੈ। ਗੁੜ ਲਾਗੇ ਗਾਡੇ ਮੈਂ ਕੋਏ। ਤੇ ਗੁਰੂ ਕਲਗੀਧਰ ਸਾਹਿਬ ਕਹਿੰਦੇ ਜਦੋਂ ਪ੍ਰਸ਼ਾਦ ਵਰਤਾ ਰਿਹਾ ਸੀ ਨਾ ਭਾਈ ਕੀਰਤੀਆ ਤੇਰਾ ਪਿਤਾ ਇਹਨੇ ਨੂੰ ਇੱਕ ਧੰਨਾ ਜ਼ਿਮੀਂਦਾਰ ਦਾ ਸਿਦਕੀ ਕਿਰਤੀ ਸਿੱਖ ਆਇਆ। ਉਹਨੇ ਗੱਡੇ ਦੇ ਗੁੜ ਲੱਦਿਆ ਹੋਇਆ ਸੀ ਨਾਲ ਕੁਝ ਹੋਰ ਅਨਾਜ ਲੱਦਿਆ ਹੋਇਆ ਸੀ। ਇੱਕ ਉਹਦਾ ਗੱਡਾ ਸੀ ਕੁਝ ਹੋਰ ਉਹਦੇ ਸੰਗੀ ਸਾਥੀ ਗੱਡੇ ਤੇ ਅਨਾਜ ਤੇ ਗੁੜ ਆਦਿਕ ਲੱਦ ਕੇ ਲੈ ਕੇ ਜਾ ਰਹੇ ਸਨ। ਮਾਰ ਗਿਆ ਉਹ ਚੱਲ ਸੋਏ। ਉਸੇ ਰਸਤੇ ਨੂੰ ਚੱਲ ਕੇ ਉਹ ਭਾਈ ਧੰਨਾ ਜ਼ਿਮੀਂਦਾਰ ਸਿਦਕੀ ਸਿੱਖ ਆਇਆ ਜਿਸ ਰਸਤੇ ਦੇ ਬਿਲਕੁਲ ਨੇੜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਡੇਰਾ ਕੀਤਾ ਹੋਇਆ ਸੀ ਜਿੱਥੇ ਮਹਾਰਾਜ ਜੀ ਸੰਗਤ ਦੇ ਵਿੱਚ ਸੁਭਾਏਮਾਨ ਸਨ। ਸੰਗਤਾਂ ਨੂੰ ਤੇਰਾ ਪਿਤਾ ਕੜਾਹ ਪ੍ਰਸ਼ਾਦ ਵਰਤਾ ਰਿਹਾ ਸੀ। ਗੁਰ ਉਤਰੇ ਸੁਣ ਕੇ ਸਿੱਖ ਕਾਨ। ਜਦੋਂ ਸਿੱਖ ਭਾਈ ਧੰਨੇ ਨੂੰ ਜ਼ਿਮੀਂਦਾਰ ਨੂੰ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਨੇੜੇ ਹੀ ਉਤਰੇ ਹੋਏ ਹਨ ਇੱਕ ਪੇਲੀ ਲੈ ਕਰ ਨਿਜ ਪਾਨ। ਉਸੇ ਵੇਲੇ ਉਹ ਭਾਈ ਧੰਨੇ ਨੇ ਕੀ ਕੀਤਾ ਵੀ ਮਹਾਰਾਜ ਦੇ ਦਰਸ਼ਨਾਂ ਦੀ ਖਾਸ਼ ਰੱਖੀ ਵੀ ਹੁਣ ਲੰਘਦੇ ਮਹਾਰਾਜ ਦੇ ਦਰਸ਼ਨ ਕਰ ਜਾਈਏ ਤੇ ਭੇਟਾ ਦੇਣ ਦੇ ਵਾਸਤੇ ਇੱਕ ਗੁੜ ਦੀ ਭੇਲੀ ਇੱਕ ਢੇਲੀ ਲੈ ਲਈ ਆਪਣੇ ਕੋਲ। ਘਰ ਆਗੇ ਦਰਸ਼ਨ ਗੁਰ ਕਰਿਓ। ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਗੁੜ ਦੀ ਭੇਲੀ ਰੱਖ ਕੇ ਮੱਥਾ ਟੇਕ ਕੇ ਨਮਸਕਾਰ ਕਰ ਦਰਸ਼ਨ ਕੀਤੇ ਸਤਿਗੁਰਾਂ ਦੇ। ਨਮੋ ਕਰਤ ਅਵਨੀ ਸਿਰ ਧਰਿਓ। ਦਸਮ ਪਾਤਸ਼ਾਹ ਕਹਿੰਦੇ ਭਾਈ ਕੀਰਤੀਆ ਜਦੋਂ ਉਸ ਭਾਈ ਧੰਨੇ ਜ਼ਿਮੀਂਦਾਰ ਸਿੱਖ ਨੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਮਸਕਾਰ ਕਰਨ ਦੇ ਲਈ ਧਰਤੀ ਤੇ ਸਿਰ ਰੱਖਿਆ ਉਹਨੇ ਉੱਠ ਚੱਲਿਓ ਸੰਭਾਰਨ ਗਾਡੇ। ਸਮਾਂ ਉਹਦੇ ਕੋਲ ਇੰਨਾ ਹੈ ਨਹੀਂ ਸੀ ਬਸ ਦਰਸ਼ਨਾਂ ਦਾ ਲਾਭ ਲੈਣਾ ਚਾਹੁੰਦਾ ਸੀ ਵੀ ਜਾਂਦਿਆਂ ਦਰਸ਼ਨ ਕਰ ਜਾ ਤੇ ਫਿਰ ਉੱਠ ਕੇ ਬੜੀ ਛੇਤੀ ਦੇ ਨਾਲ ਕਿਉਂਕਿ ਜਿਹੜੇ ਬਲਦ ਸੁੰਝੇ ਹੀ ਤੁਰੇ ਜਾ ਰਹੇ ਸਨ ਗੱਡਾ ਅੱਗੇ ਸਮਾਨ ਦਾ ਲੱਦਿਆ ਜਾ ਰਿਹਾ ਤੇ ਉਹ ਭਾਈ ਧੰਨੇ ਜ਼ਿਮੀਂਦਾਰ ਨੇ ਸੋਚਿਆ ਵੀ ਕਿਤੇ ਗੱਡੇ ਕਿਤੇ ਬਲਦ ਦੂਰ ਨਾ ਚਲੇ ਜਾਣ ਤਾਂ ਦੌੜ ਕਰਕੇ ਮੈਂ ਚਲਿਆ ਜਾਵਾਂ ਵਾਪਸ ਮੁੜਨ ਲੱਗਾ। ਮਾਰਗ ਚਲਤੇ ਆਏ ਜੋ ਛਾੜੇ। ਜਦੋਂ ਮਾਰਗ ਦੇ ਵਿੱਚ ਚੱਲਦਿਆਂ ਹੋਇਆ ਹੀ ਉਹ ਗੱਡੇ ਛੱਡ ਕੇ ਵਿੱਚੋਂ ਹੀ ਨਾ ਉੱਠ ਕੇ ਕਿਉਂਕਿ ਜਿਹੜੇ ਬਲਦ ਹੈ ਪਸ਼ੂਆਂ ਨੂੰ ਚਲਾਉਣ ਹੱਕਣ ਵਾਲੇ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਸਿੱਧੇ ਤੁਰੇ ਜਾਣਾ ਜਿਹੜੇ ਨਿੱਤ ਦੇ ਗਿੱਝੇ ਹੋਣ
ਤੇ ਮਹਾਰਾਜ ਸਾਹਿਬ ਕਹਿੰਦੇ ਵੀ ਉਹਨਾਂ ਨੂੰ ਰਸਤੇ 'ਚ ਤੁਰਦਿਆਂ ਹੀ ਚੱਲਦਿਆਂ ਹੀ ਛੱਡ ਕੇ ਉੱਤਰ ਕੇ ਦੌੜ ਕੇ ਗੁਰੂ ਸਾਹਿਬ ਦੇ ਉਹਨੇ ਸਿੱਖ ਨੇ ਦਰਸ਼ਨ ਕੀਤੇ ਸਨ ਤੇ ਹੁਣ ਚਾਹੁੰਦਾ ਹੈ ਵੀ ਮੈਂ ਵਾਪਸ ਛੇਤੀ ਨਾਲ ਜਾ ਕੇ ਆਪਣੇ ਬਲਦ ਗੱਡੇ ਨੂੰ ਸੰਭਾਲ ਲਵਾਂ। ਤੋ ਪਿਤ ਤਵ ਪ੍ਰਸਾਦ ਵਰਤਾਵੇ। ਤੇ ਭਾਈ ਕੀਰਤੀਆ ਤੇਰਾ ਪਿਤਾ ਸੋਭਾ ਰਾਮ ਉਸੇ ਵੇਲੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਰਿਹਾ ਸੀ ਜਦੋਂ ਉਹ ਧੰਨਾ ਜ਼ਿਮੀਦਾਰ ਆਇਆ ਦਰਸ਼ਨ ਕਰਨ। ਸੋ ਸਿੱਖ ਤੇ ਟਿਕਗਾ ਉਤਲਾਵੇ। ਤੇ ਉਹ ਜ਼ਿਮੀਦਾਰ ਸਿੱਖ ਬੜੀ ਕਾਹਲੀ ਦੇ ਨਾਲ ਵੀ ਮੇਰੇ ਗੱਡੇ ਕਿਤੇ ਦੂਰ ਨਾ ਚਲੇ ਜਾਣ ਤੇ ਛੇਤੀ ਅੱਗਿਓਂ ਤੇ ਅੱਗੇ ਹੋ ਕੇ ਜਿਹੜੇ ਸਿੱਖ ਕੋਈ ਬੈਠੇ ਪ੍ਰਸ਼ਾਦ ਲੈ ਰਹੇ ਸਨ ਉਹਨਾਂ ਤੋਂ ਅੱਗੇ ਹੋ ਕੇ ਤੇਰੇ ਪਿਤਾ ਕੋਲੋਂ ਪ੍ਰਸ਼ਾਦ ਮੰਗਿਆ। ਤੂਰ ਪੰਥ ਕੀ ਜਿਸ ਪਰ ਪਰੀ। ਜਿਸ ਜ਼ਿਮੀਦਾਰ ਭਾਈ ਧੰਨੇ ਦੇ ਸਾਰੇ ਹੀ ਸਰੀਰ ਤੇ ਮੂੰਹ ਤੇ ਕੱਪੜਿਆਂ ਦੇ ਰਾਹ ਦੇ ਵਿੱਚੋਂ ਉੱਡ ਉੱਡ ਕੇ ਘੱਟਾ ਮਿੱਟੀ ਧੂੜ ਬਹੁਤ ਹੀ ਪਈ ਹੋਈ ਸੀ। ਬਦਨ ਸਮਸ ਤੂਸਰ ਸਭ ਕਰੀ। ਸਾਰਾ ਜਿਹੜਾ ਚਿਹਰਾ ਹੈ ਦਾੜਾ ਏ ਦਸਤਾਰਾ ਏ ਬਾਕੀ ਬਸਤਰ ਉਹ ਵੀ ਘੱਟੇ ਮਿੱਟੀ ਦੇ ਨਾਲ ਭਰੇ ਹੋਏ ਸਨ। ਵਸਤਰਨ ਪਰ ਜਿਸ ਕੇ ਰਾਜਸ਼ਾਹੀ। ਜਿਹਦੇ ਸਾਰੇ ਕੱਪੜਿਆਂ ਦੇ ਦਸਮ ਪਾਤਸ਼ਾਹ ਕਹਿੰਦੇ ਵੀ ਧੂੜ ਮਿੱਟੀ ਉੱਡ ਉੱਡ ਕੇ ਪਈ ਹੋਈ ਸੀ ਮਾਨੋ ਵੀ ਘੱਟੇ ਮਿੱਟੀ ਦੇ ਨਾਲ ਹੀ ਉਹ ਭਰਿਆ ਹੋਇਆ ਸੀ ਧੰਨਾ ਜ਼ਿਮੀਦਾਰ। ਸਗਟ ਚੱਕਰ ਪਗ ਬ੍ਰਿਖਬ ਉਡਾਈ। ਕਿਉਂਕਿ ਅੱਗੇ ਅੱਗੇ ਗੱਡਾ ਚੱਲਦਾ ਸੀ ਕੁਝ ਬਲਦਾਂ ਦੇ ਪੈਰਾਂ ਦੇ ਨਾਲ ਕੁਝ ਗੱਡਿਆਂ ਦੇ ਪਹੀਆਂ ਨਾਲ ਘੱਟਾ ਉੱਡ ਉੱਡ ਕੇ ਉਸ ਜ਼ਿਮੀਦਾਰ ਦੇ ਸਰੀਰ ਤੇ ਪਿਆ ਹੈ। ਪਿਤਾ ਤੇ ਜਾਜਨ ਕਰਿਓ। ਜਦੋਂ ਧੂੜ ਮਿੱਟੀ ਨਾਲ ਲਿਬੜੇ ਹੋਏ ਨੇ ਕਾਲੀ ਕਰਕੇ ਤੇਰੇ ਪਿਤਾ ਸ਼ੋਭਾ ਰਾਮ ਕੋਲੋਂ ਕੜਾਹ ਪ੍ਰਸ਼ਾਦ ਮੰਗਿਆ ਵੀ ਸਿੱਖਾ ਮੈਨੂੰ ਛੇਤੀ ਪ੍ਰਸ਼ਾਦ ਦੇ ਦੇ ਮੈਂ ਜਾਣਾ ਹੈ ਕਿਤੇ। ਕਛੂ ਤਿਸ ਕੇ ਘਰ ਧਰਿਓ। ਪਰ ਤੇਰੇ ਬਾਪ ਨੇ ਉਹਦੇ ਕਹਿਣ ਦੇ ਬਾਵਜੂਦ ਵੀ ਉਹਦੇ ਹੱਥਾਂ ਦੇ ਉੱਤੇ ਕੜਾਹ ਪ੍ਰਸ਼ਾਦ ਨਹੀਂ ਰੱਖਿਆ ਤੇ ਪਰਲੇ ਪਾਸੇ ਨੂੰ ਹੋ ਗਿਆ ਉਹਦੇ ਵੱਲ ਨੂੰ ਪਿੱਠ ਕਰਕੇ। ਉਹਨਾਂ ਨਿਕਟ ਹੋਏ ਮੰਗਿਓ ਕੁਨ ਕਾ। ਉਹ ਭਾਈ ਧੰਨੇ ਜ਼ਿਮੀਦਾਰ ਕਿਰਤੀ ਸਿੱਖ ਨੇ ਫੇਰ ਹੈ ਭਾਈ ਕਿਰਤੀਆ ਜਿਹੜੇ ਪਾਸੇ ਨੂੰ ਤੇਰਾ ਪਿਤਾ ਸ਼ੋਭਾ ਰਾਮ ਪ੍ਰਸ਼ਾਦ ਵਰਤਾਉਣ ਨੂੰ ਚਲਾ ਗਿਆ ਉਹਦੇ ਅਗਲੇ ਪਾਸੇ ਹੋ ਕੇ ਫੇਰ ਹੱਥ ਅੱਗੇ ਕੀਤੇ ਤੇ ਕਹਿੰਦਾ ਸਿੱਖਾ ਮੈਨੂੰ ਪ੍ਰਸ਼ਾਦ ਦਵੀਂ। ਜਿਸ ਕੇ ਗਾਡੋ ਸਿਦਕ ਸੋ ਮਨ ਕਾ। ਜਿਹਦੇ ਮਨ ਦੇ ਵਿੱਚ ਬਹੁਤ ਹੀ ਸਿਦਕ ਹੈ ਸ਼ਰਧਾ ਹੈ ਵੀ ਗੁਰਾਂ ਦੇ ਦਰਸ਼ਨ ਤਾਂ ਹੋ ਗਏ ਹੁਣ ਗੁਰਾਂ ਦਾ ਸੀਤ ਪ੍ਰਸ਼ਾਦ ਵੀ ਮੈਨੂੰ ਪ੍ਰਾਪਤ ਹੋ ਜਾਵੇ। ਮੁਖ ਪਾਵਨ ਤੇ ਪਾਵਨ ਹੋਈ। ਜਿਹਦੇ ਮਨ 'ਚ ਭਰੋਸਾ ਸੀ ਵੀ ਆਪਣੇ ਮੁਖ ਵਿੱਚ ਗੁਰੂ ਦਾ ਪ੍ਰਸ਼ਾਦ ਪਾਉਣ ਦੇ ਨਾਲ ਮੇਰਾ ਜੀਵਨ ਮੇਰਾ ਮਨ ਪਵਿੱਤਰ ਹੋ ਜਾਵੇਗਾ। ਉਤਕੰਠਤ ਜਾਂਤੇ ਮੋ ਸੋਈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਕੀਰਤੀਆ ਬੜੀ ਕਾਹਲੀ ਕਰ ਰਿਹਾ ਸੀ ਭਾਈ ਧੰਨਾ ਗੁਰਸਿੱਖ ਜਿਹੜਾ ਸੀ ਉਹਦੇ ਗੱਡੇ ਅੱਗੇ ਤੋਂ ਅੱਗੇ ਦੂਰ ਤੁਰੇ ਜਾ ਰਹੇ ਸੀ ਉਹਨੂੰ ਕਾਹਲੀ ਸੀ ਵੀ ਮੈਨੂੰ ਛੇਤੀ ਪ੍ਰਸ਼ਾਦ ਮਿਲੇ ਤੇ ਗੱਡੇ ਸੰਭਾਲਾਂ। ਉਹ ਪਿਤ ਨੇ ਕਰ ਕ੍ਰੋਧ ਕਨੇਰਾ। ਜਦੋਂ ਉਹਨੇ 2-3 ਵਾਰਾਂ ਪ੍ਰਸ਼ਾਦ ਮੰਗਿਆ ਤਾਂ ਤੇਰੇ ਪਿਤਾ ਸ਼ੋਭਾ ਰਾਮ ਨੇ ਬੜਾ ਹੀ ਕ੍ਰੋਧ ਕੀਤਾ ਬੜਾ ਖਿਝ ਗਿਆ ਉਹ ਤਾਂ ਗੁੱਸੇ ਵਿੱਚ ਆ ਗਿਆ। ਸਿਰਗਨ ਕੀਨ ਸਿੱਖ ਤਿਸ ਬੇਰਾ। ਉਹਨੇ ਝਿੜਕਦਿਆਂ ਹੋਇਆ ਉਸ ਸਿੱਖ ਭਾਈ ਧੰਨੇ ਕਿਰਤੀ ਸਿੱਖ ਨੂੰ ਕਹਿਣਾ ਕੀਤਾ ਮੇਸ ਕਰਕੇ ਮਤ ਮੂੜਾ। ਕਹਿਣ ਲੱਗਾ ਉਹ ਮੂਰਖ ਮਤ ਵਾਲਿਆ ਕੀ ਤੇਰਾ ਸਾਰਾ ਲਿਬਾਸ ਜਿਹਾ ਜਿਵੇਂ ਰੇਸ਼ ਹੁੰਦਾ ਕਹਿੰਦੇ ਰੇਸ਼ ਵਰਗਾ ਕਿਵੇਂ ਘੱਟੇ ਮਿੱਟੀ ਨਾਲ ਲਿਬੜਿਆ ਹੋਇਆ ਤੇਰੇ ਕੱਪੜੇ ਤੇਰਾ ਰੂਪ ਰੰਗ ਇਉਂ ਲੱਗਦਾ ਜਿਵੇਂ ਤੂੰ ਕੋਈ ਰੇਸ਼ੀ ਹੋਣਾ ਹੈ। ਕਿਉਂ ਸਭ ਪਰ ਤੂੰ ਹੋਤ ਅਰੂੜਾ। ਕਿਉਂਕਿ ਬਾਕੀ ਵੀ ਵੇਖ ਸਾਰੇ ਬੈਠੇ ਨੇ ਕਿਉਂ ਸਭ ਪਰ ਤੂੰ ਹੋਤ ਅਰੂੜਾ ਤੇ ਬੈਠਿਆਂ ਹੋਇਆਂ ਦੇ ਤੂੰ ਉੱਤੇ ਚੜ੍ਹਦਾ ਆ ਰਿਹਾ ਕਹਿੰਦੇ ਵੀ ਤੂੰ ਤੇਰੀ ਮੱਤ ਮਾਰੀ ਆ। ਸ਼ੋਭਾ ਰਾਮ ਨੇ ਉਸ ਭਾਈ ਧੰਨੇ ਜ਼ਿਮੀਦਾਰ ਸਿੱਖ ਨੂੰ ਕਿਹਾ ਕਹਿੰਦੇ ਤੇਰੀ ਮੂਰਖ ਮੱਤ ਹੈ ਰੇਸ਼ ਵਰਗਾ ਤੂੰ ਲੱਗਦਾ ਜਿਵੇਂ ਰੇਸ਼ ਟੱਪਦਾ ਹੁੰਦਾ ਨੱਚਦਾ ਐਵੇਂ ਕਹਿੰਦੇ ਨੱਚਦਾ ਹੋਇਆ ਬੈਠੇ ਸਿੱਖਾਂ ਦੇ ਕਾਦੋਂ ਤੂੰ ਉੱਤੇ ਚੜ੍ਹਦਾ ਆਉਣਾ ਹੈ। ਹਰੇ ਰਹੋ ਠੰਡੋ ਕਿਉਂ ਆਵੇ। ਤੇ ਮਹਾਰਾਜ ਕਹਿੰਦੇ ਵੀ ਭਾਈ ਕਿਰਤੀਆ ਤੇਰੇ ਪਿਓ ਨੇ ਕਿਹਾ ਉਸ ਜ਼ਿਮੀਦਾਰ ਨੂੰ ਵੀ ਪਰੇ ਹੋ ਉੱਥੇ ਪਰੇ ਖਲੋ ਜਾ ਤੈਨੂੰ ਉੱਥੇ ਜਦੋਂ ਵਾਰੀ ਆ ਉਹ ਪ੍ਰਸ਼ਾਦ ਮਿਲ ਜੂ ਕਿੱਥੇ ਤੂੰ ਮੇਰੇ ਉੱਤੇ ਚੜ੍ਹਦਾ ਆਉਣਾ ਮੇਰੇ ਲਾਗੇ ਕੀ ਕਰਨ ਨੂੰ ਆਉਣਾ ਹੈ। ਬੋਲਤ ਕਿਉਂ ਰੌਰ ਮਚਾਵੇ। ਬਹੁਤਾ ਕਿਉਂ ਵਾਰ-ਵਾਰ ਆਵਾਜ਼ਾਂ ਮਾਰ ਕੇ ਬੋਲਦਾ ਵੀ ਮੈਨੂੰ ਪ੍ਰਸ਼ਾਦ ਦੇ ਦਿਓ ਇੱਥੇ ਰੌਲਾ ਪਾਉਣ ਦੀ ਬਹੁਤਾ ਬੋਲਣ ਦੀ ਲੋੜ ਨਹੀਂ ਹੈ। ਤੁਮ ਸੁਨ ਕੈ ਸਿੱਖ ਹੋਏ ਮਨ ਭੰਗ। ਇਸ ਤਰ੍ਹਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਭਾਈ ਕਿਰਤੀਏ ਨੂੰ ਦੱਸ ਰਹੇ ਨੇ
ਕਹਿੰਦੇ ਜਦੋਂ ਉਸ ਧੰਨੇ ਜ਼ਿਮੀਂਦਾਰ ਸਿੱਖ ਨੇ ਸੁਣਿਆ ਤੇ ਉਹਦਾ ਵਿਚਾਰੇ ਦਾ ਮਨ ਭੰਗ ਹੋ ਗਿਆ, ਉਹਦਾ ਦਿਲ ਟੁੱਟ ਗਿਆ ਅਵਨੀ ਰਤ ਬਰੀੜਾ ਸੰਗ। ਤੇ ਬੜਾ ਸ਼ਰਮਿੰਦਾ ਹੋਇਆ ਵੀ ਸੰਗਤ 'ਚ ਮੇਰੀ ਇਹਨੇ ਬੇਇੱਜ਼ਤੀ ਕਰਤੀ ਹੈ। ਸਾਰੇ ਉਹਨੂੰ ਵੇਖਣ ਲੱਗ ਪਏ, ਕਹਿੰਦੇ ਵੀ ਤੂੰ ਮੂਰਖ ਜਿਹਾ ਬਣਿਆ, ਰਿਛ ਜਿਹਾ ਬਣਿਆ, ਕੀ ਨੱਚੀ ਟੱਪੀ ਜਾਣਾ। ਇਹ ਗੱਲ ਸੁਣ ਕੇ ਤੇ ਸੰਗਤ ਉਹਦੇ ਵੱਲ ਵੇਖਣ ਲੱਗ ਪਈ ਜਿਹਨੂੰ ਭਾਈ ਸੋਭਾ ਰਾਮ ਨੇ ਦਬਕਾ ਮਾਰਿਆ ਸੀ। ਤੇ ਉਹ ਭਾਈ ਧੰਨਾ ਕਿਰਤੀ ਜ਼ਿਮੀਂਦਾਰ ਸਿੱਖ ਉਹ ਨੀਵੀਂ ਪਾ ਕੇ ਧਰਤੀ ਨੂੰ ਵੇਖਣ ਲੱਗ ਪਿਆ। ਲਗ ਕੰਨ ਪਰਿਓ ਉਠਾਇਓ ਸਿੱਤ ਤੇ ਜਦੋਂ ਧਰਤੀ ਨੂੰ ਵੇਖਿਆ ਤੇ ਉਸ ਵੇਲੇ ਕੀ ਵੇਖਦਾ ਏ ਵੀ ਥੱਲੇ ਇੱਕ ਕਿਣਕਾ ਪ੍ਰਸ਼ਾਦ ਦਾ ਡਿੱਗਾ ਹੋਇਆ। ਉਸੇ ਵੇਲੇ ਉਹਨੇ ਉਹ ਕਿਣਕਾ ਧਰਤੀ ਤੋਂ ਚੁੱਕ ਲਿਆ। ਆਨੰਦ ਮੈਂ ਪਾਇਓ ਗੁਰ ਹਿਤ ਤੇ ਗੁਰੂ ਮਹਾਰਾਜ ਦਾ ਅੰਦਰ ਪ੍ਰੇਮ ਹੋਣ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦ ਪ੍ਰਸ਼ਾਦ ਦਾ ਜਿਹੜਾ ਕਿਣਕਾ ਧਰਤੀ ਤੋਂ ਮਿਲਿਆ, ਉਸ ਧੰਨੇ ਜ਼ਿਮੀਂਦਾਰ ਨੇ ਆਪਣੇ ਮੁਖ ਵਿੱਚ ਪਾ ਲਿਆ। ਵਾਹਿਗੁਰੂ ਗੋ ਸਿਮਰਨ ਕਰਕੇ ਜਦੋਂ ਪ੍ਰਸ਼ਾਦ ਛਕਿਆ ਦੇ ਮੁਖੋਂ ਕਹਿਣ ਲੱਗਾ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਪ੍ਰਸ਼ਾਦ ਮੁਖ ਵਿੱਚ ਪਾ ਲਿਆ। ਬਿਤ ਕੋ ਦੀਏ ਸਰਾਪ ਉਚਰ ਕੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਕੀਰਤੀਆ, ਜਦੋਂ ਸਿੱਖ ਨੇ ਪ੍ਰਸ਼ਾਦ ਥੱਲਿਓਂ ਚੁੱਕ ਕੇ ਛਕ ਲਿਆ ਨਾ ਕਿਣਕਾ ਤਾਂ ਉਹ ਸਿੱਖ ਬੜਾ ਸਿਦਕੀ ਸੀ। ਇੰਨਾ ਸਿਦਕੀ ਵੀ ਖੇਤੀਬਾੜੀ ਕਰਦੇ ਆ ਕਦੀ ਕਿਸੇ ਦਾ ਇੱਕ ਕਹਿੰਦੇ ਵੀ ਮਿੱਟੀ ਦਾ ਕਿਣਕਾ ਆਪਣੀ ਜ਼ਮੀਨ 'ਚ ਨਹੀਂ ਸੀ ਆਉਣ ਦਿੰਦਾ, ਕਿਸੇ ਦਾ ਇੱਕ ਅਨਾਜ ਦਾ ਦਾਣਾ ਆਪਣੇ ਮੁੱਖ ਆਪਣੇ ਖੇਤ ਆਪਣੇ ਬੋਲ ਵਿੱਚ ਨਹੀਂ ਸੀ ਆਉਣ ਦਿੰਦਾ। ਸਿਦਕ ਨਾਲ ਧਰਮ ਦੀ ਕਿਰਤ ਕਮਾਈ ਕਰਦਾ, ਦਸਵਾਂ ਦਸਵੰਧ ਹਮੇਸ਼ਾ ਗੁਰੂ ਘਰ ਹਾਜ਼ਰ ਕਰਦਾ, ਜੀਵਨ ਨੇਕ ਸੀ ਉਸ ਗੁਰਸਿੱਖ ਦਾ। ਤੇ ਜਦੋਂ ਤੇਰੇ ਬਾਪ ਨੇ ਉਹਦੀ ਨਰਾਦਰੀ ਕੀਤੀ, ਕਿਹਾ ਵੀ ਰਿਛ ਵਾਂਗੂ ਕਿਧਰ ਟੱਪਦਾ ਆਉਣਾ ਹੈ, ਤਾਂ ਸੁਭਾਵਕ ਹੀ ਉਸ ਭਾਈ ਧੰਨੇ ਦੇ ਮੁਖੋਂ ਬਚਨ ਨਿਕਲਿਆ ਗੁਰ ਸਿੱਖੀ ਕੋ ਲੇਸ਼ ਨਾ ਤੋਏ। ਕਹਿਣ ਲੱਗੇ ਉਹ ਕੜਾ ਪ੍ਰਸ਼ਾਦ ਵਰਤਾਉਣ ਵਾਲਿਆ, ਗੁਰਸਿੱਖੀ ਦਾ ਜਿਹੜਾ ਧਰਮ ਹੁੰਦਾ, ਗੁਰਸਿੱਖਾਂ ਦਾ ਜਿਹੜਾ ਜੀਵਨ ਹੁੰਦਾ, ਤੇਰੇ ਵੱਲ ਵੇਖ ਕੇ ਤਾਂ ਇਉਂ ਲੱਗਦਾ ਵੀ ਪ੍ਰਸ਼ਾਦ ਤਾਂ ਜ਼ਰੂਰ ਤੂੰ ਵਰਤਾ ਰਿਹਾ ਗੁਰੂ ਦੇ ਹਜ਼ੂਰ, ਪਰ ਸਿੱਖੀ ਵਾਲਾ ਪ੍ਰੇਮ ਤੈਨੂੰ ਲੇਸ਼ ਮਾਤਰ ਵੀ ਨਹੀਂ ਹੈ। ਜਿਹੜਾ ਸਿੱਖਾਂ ਦਾ ਅਸਲੀ ਜੀਵਨ ਹੁੰਦਾ ਥੋੜਾ ਵੀ ਤੇਰੇ ਵਿੱਚੋਂ ਦਿਖਦਾ ਨਹੀਂ ਹੈ। ਅਬੈ ਸਰੀਰ ਰੀਸ਼ ਕੋ ਹੋਏ। ਤੇ ਤੂੰ ਮੈਨੂੰ ਉਲਟਾ ਕਹਿਣਾ ਕ੍ਰੋਧ ਵਿੱਚ ਆ ਕੇ ਵੀ ਰਿਸ਼ਵਾ ਕਾਹਤੋਂ ਨੱਚਦਾ ਟੱਪਦਾ। ਮੈਨੂੰ ਤਾਂ ਇਉਂ ਲੱਗਦਾ ਵੀ ਰਿਸ਼ ਵਾਲੇ ਲੱਛਣ ਸਾਰੇ ਤੇਰੇ ਹੀ ਨੇ, ਵੀ ਤੂੰ ਹੀ ਮਰ ਕੇ ਰਿਸ਼ ਬਣੇਗਾ। ਗਇਓ ਤਾਇਲ ਸਗਟੇ ਮਿਲਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਕੀਰਤੀਆ, ਉਹ ਸਿੱਖ ਤੇ ਇੰਨੀ ਗੱਲ ਕਹਿ ਕੇ ਤੇਰੇ ਬਾਪ ਨੂੰ ਪ੍ਰਸ਼ਾਦ ਵਰਤਾਉਂਦੇ ਨੂੰ ਵੀ ਸਿੱਖੀ ਵਾਲਾ ਤੇਰੇ ਵਿੱਚ ਕੋਈ ਮੈਨੂੰ ਤੇਰਾ ਲੱਛਣ ਲੱਗਦਾ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦਾ ਕੋਈ ਅਸਰ ਤਾਂ ਹੈ ਨਹੀਂ ਹੈ, ਬੋਲੀ ਤੇਰੀ ਇੰਨੀ ਮਾੜੀ ਹੈ ਵੀ ਤੂੰ ਰੇਸ਼ੀ ਭਾਵੇਂ ਬਣੇਗਾ ਮੈਨੂੰ ਲੱਗਦਾ ਇਸ ਜਨਮ ਤੋਂ ਬਾਅਦ। ਇਹ ਗੱਲ ਕਹਿ ਕੇ ਤਾਂ ਛੇਤੀ ਨਾਲ ਤੇਜ਼ੀ ਨਾਲ ਉਹ ਧੰਨਾ ਜ਼ਿਮੀਂਦਾਰ ਆਪਣੇ ਗੱਡਿਆਂ ਵੱਲ ਨੂੰ ਚਲਾ ਗਿਆ। ਕਰੇ ਸਾਥ ਸੋ ਆਗੇ ਚਲਿਓ। ਜਿੱਥੇ ਬਾਕੀ ਹੋਰ ਗੱਡੇ ਚੱਲ ਰਹੇ ਸਨ, ਇਹਨੇ ਆਪਣੇ ਬਲਦ ਤੇ ਗੱਡਿਆਂ ਦਾ ਸਾਥ ਕੀਤਾ, ਭਾਵ ਦੌੜ ਕਰਕੇ ਬਰਾਬਰ ਹੋਇਆ, ਉਹਨਾਂ ਨੂੰ ਹਿੱਕਦਿਆਂ ਹੋਇਆਂ ਜਿੱਥੇ ਵੀ ਜਾ ਰਿਹਾ ਸੀ ਅੱਗੇ ਨੂੰ ਚਲਾ ਗਿਆ। ਇਹ ਤਕ ਦਿਨ ਬੀਤੇ ਪਿਤ ਤੋਏ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਿਰ ਉਸ ਤੋਂ ਬਾਅਦ ਕਈ ਦਿਨ ਜਦੋਂ ਬਤੀਤ ਹੋ ਗਏ, ਮੈਂ ਪੂਰਨ ਦੇ ਅੰਮ੍ਰਿਤ ਬਸ ਹੋਏ। ਜਿਹੜਾ ਤੇਰਾ ਬਾਪ ਸੀ ਭਾਈ ਕੀਰਤੀਆ ਸੋਭਾ ਰਾਮ, ਉਹਦੀ ਉਮਰ ਪੂਰੀ ਹੋ ਗਈ। ਜਦੋਂ ਉਹਦੇ ਸਵਾਸ ਪੂਰੇ ਹੋ ਗਏ ਤੇ ਸਵਾਸ ਪੂਰੇ ਹੋਏ ਤਾਂ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ। ਅਮਗੇ ਪਰਬਤ ਪਾਲਕ ਭਇਓ। ਤੇ ਮਰਨ ਤੋਂ ਬਾਅਦ ਉਸੇ ਵੇਲੇ ਉਸ ਕਿਰਤੀ ਸਿੱਖ ਦੇ ਕਹਿਣ ਦੇ ਮੁਤਾਬਕ ਉੱਤਰ ਕਾਂਚੀ ਦੇ ਪਹਾੜਾਂ ਵਿੱਚ ਰਿਸ਼ ਦੀ ਜੂਨ ਨੂੰ ਪ੍ਰਾਪਤ ਹੋਇਆ ਜਾ ਕੇ। ਤੋ ਹਲ ਪਈ ਇਹਨਾਂ ਗਹਿ ਲਿਓ। ਤੇ ਇਹਨੇ ਆਖਿਆ ਸੀ ਨਾ ਵੀ ਐਡਾ ਵੱਡਾ ਮਹਾਰਾਜ ਇਹਨਾਂ ਕਿਵੇਂ ਰਿਸ਼ ਫੜ ਲਿਆ। ਸਤਿਗੁਰੂ ਕਹਿੰਦੇ ਵੀ ਅਜੇ ਛੋਟਾ ਹੀ ਸੀ, ਉਦੋਂ ਹੀ ਇਹਨਾਂ ਨੇ ਫੜ ਕੇ ਆਪਣੇ ਕਾਬੂ 'ਚ ਕਰ ਲਿਆ ਇਹਨਾਂ ਨੇ ਮਾਂਦਰੀਆਂ ਨੇ। ਸਿੱਖ ਕੋ ਸਰਾਪ ਨਿਫਲ ਕਿਉਂ ਜਾਏ। ਕਿਉਂਕਿ ਜਿਹੜਾ ਕਿਰਤੀ ਸਿੱਖ ਸੀ ਉਹਦਾ ਕੀਤਾ ਹੋਇਆ ਸੁਭਾਵਕ ਵਜਨ ਨਿਸ਼ਫਲ ਕਿਵੇਂ ਜਾਣਾ ਸੀ, ਉਹਦਾ ਵਜਨ ਪੂਰਾ ਹੋ ਕੇ ਹੀ ਰਹਿਣਾ ਸੀ, ਕਿਉਂਕਿ ਉਹਦੇ ਦਿਲ ਦੇ ਵਿੱਚ ਗੁਰੂ ਨਾਨਕ ਵਸਿਆ ਹੈ। ਜਿਹਦੇ ਦਿਲ ਵਿੱਚ ਗੁਰੂ ਨਾਨਕ ਸਾਹਿਬ ਵਸਿਆ, ਉਹ ਜੇ ਸੁਭਾਵਕ ਹੀ ਕੋਈ ਬਚਨ ਕਹਿ ਦਵੇ ਤਾਂ ਸਾਧ ਬਚਨ ਅਟਲਾਦਾ। ਸਾਧੂ ਦਾ ਬਚਨ ਕਿਹਾ ਹੋਇਆ ਕੀਤਾ ਹੋਇਆ ਟਲਦਾ ਨਹੀਂ ਹੈ।
ਤੇ ਦੱਸ ਤੇਰੇ ਪਿਤਾ ਨੇ ਸੇਵਾ ਕਰਦਿਆਂ ਹੋਇਆਂ ਸੇਵਕਾਂ ਵਾਲਾ ਕੋਈ ਕਰਮ ਨਹੀਂ ਕਮਾਇਆ ਤੇ ਗੁਰਸਿੱਖ ਨੂੰ ਮਾੜਾ ਬੋਲਿਆ ਜ਼ਬਾਨ ਤੋਂ ਵੀ ਤੂੰ ਰੇਸ਼ਾ ਮਾੜਾ ਕਹਿ ਕੇ ਉਹਦੀ ਸੰਗਤ 'ਚ ਨਰਾਦਰੀ ਕੀਤੀ, ਉਸ ਦਾ ਫਲ ਦਾ ਸਦਕਾ ਤੇਰੇ ਬਾਪ ਨੇ ਰਿਸ਼ ਦੀ ਦੇਹੀ ਪ੍ਰਾਪਤ ਕੀਤੀ ਹੈ। ਕਿਉਂਕਿ ਸਿੱਖ ਦਾ ਬਚਨ ਦੱਸ ਕਿਵੇਂ ਨਿਸ਼ਫਲ ਜਾ ਸਕਦਾ ਏ। ਜਿਨ ਕੇ ਚਿਤ ਗੁਰ ਚਰਨ ਟਿਕਾਏ, ਜਿਨ੍ਹਾਂ ਸਿੱਖਾਂ ਦੇ ਚਿੱਤ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨ ਵਸਦੇ ਹੋਣ, ਜਿਨ੍ਹਾਂ ਦੇ ਦਿਲ ਦੇ ਵਿੱਚ ਗੁਰੂ ਦੀ ਸਿੱਖੀ ਵਸਦੀ ਹੋਵੇ, ਉਹਨਾਂ ਦਾ ਸੁਭਾਵਿਕ ਵਚਨ ਕਿਹਾ ਹੋਇਆ ਪੂਰਾ ਹੋ ਜਾਂਦਾ ਹੈ। ਸੁਨਤ ਅਚੰਭੋ ਮਾਨਿਓ ਸਭ, ਇਹ ਗੱਲ ਸੁਣਦੇ ਹੀ ਸਾਰਿਆਂ ਨੇ ਬੜਾ ਹੀ ਅਚੰਭਾ, ਬੜੀ ਹੈਰਾਨੀ ਮੰਨੀ। ਹੱਥ ਜੋਰ ਤੇ ਸੁਤ ਕਹਿ ਤਬ, ਇਹ ਜਦੋਂ ਸਾਰੀ ਸਾਖੀ ਮਹਾਰਾਜ ਨੇ ਦੱਸ ਦਿੱਤੀ ਨਾ, ਕਿਉਂਕਿ ਉਹਨੇ ਤਰਕ ਕੀਤਾ ਸੀ ਵੀ ਮਹਾਰਾਜ ਤੁਹਾਡੀ ਸੇਵਾ ਕਰਕੇ ਜੇ ਮੇਰਾ ਪਿਓ ਰਿਸ਼ ਬਣਿਆ, ਫਿਰ ਮੈਂ ਵੀ ਬਾਂਦਰ ਦੀ ਜੂਨ 'ਚ ਜਾਊਂਗਾ ਤੁਹਾਡੀ ਸੇਵਾ ਕਰਕੇ। ਤਾਂ ਸਾਹਿਬ ਕਹਿੰਦੇ ਵੀ ਕਰਮਾਂ ਮੁਤਾਬਕ ਫਲ ਮਿਲਦਾ, ਜੇ ਤੂੰ ਪਿਓ ਵਰਗਾ ਕਰਮ ਕਰੇਂਗਾ ਤੇ ਫਲ ਤੈਨੂੰ ਵੀ ਉਹੋ ਜਿਹਾ ਮਿਲੂਗਾ। ਫਿਰ ਇਹਨੂੰ ਸਾਰੀ ਗੱਲ ਜਣਾਤੀ ਵੀ ਗਲਤੀ ਕੀਤੀ ਸੀ ਤੇਰੇ ਬਾਪ ਨੇ, ਜਿਹਦਾ ਭਾਵ ਇਹ ਹੈ ਵੀ ਸੰਗਤ ਦੀ ਜੇ ਸੇਵਾ ਮਿਲੇ ਤਾਂ ਸੇਵਾ ਕਰਦਿਆਂ ਕਦੀ ਗੁਰਸਿੱਖਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਕੀ ਪਤਾ ਵੀ ਉਹਨਾਂ ਦੇ ਵਿੱਚ ਕਿਹੜੀ ਰੰਗੀ ਹੋਈ ਰੂਹ ਬੈਠੀ ਹੋਵੇ ਤੇ ਸਹਿਜੇ ਕੋਈ ਭਜਨ ਕਰਦੇ ਫਿਰ ਉਹ ਪੂਰਾ ਹੋ ਕੇ ਰਹਿੰਦਾ ਹੈ। ਜਦੋਂ ਮਹਾਰਾਜ ਨੇ ਸਾਖੀ ਦੱਸੀ ਤੇ ਉਹ ਭਾਈ ਕੀਰਤੀਆ ਹੱਥ ਜੋੜ ਕੇ 10ਵੇਂ ਪਾਤਸ਼ਾਹ ਨੂੰ ਕਹਿਣ ਲੱਗਾ, ਰਾਵਰ ਭਨੀ ਬਾਤ ਸਭ ਨੀਕੀ, ਕਹਿਣ ਲੱਗਾ ਹੈ ਮਹਾਰਾਜ ਜੋ ਤੁਸੀਂ ਦੱਸਿਆ ਹੈ ਨਾ, ਇਹ ਬਿਲਕੁਲ ਠੀਕ ਗੱਲ ਕਹੀ ਹੈ। ਅਵਗਤ ਕਰੀਐ ਨਿਜ ਸਿੱਖਈ ਕੀ, ਇਹ ਤੁਹਾਡਾ ਹੀ ਸਿੱਖ ਹੈ ਨਾ ਮਹਾਰਾਜ, ਜੇ ਗਲਤੀ ਕਰੀ ਬੈਠਾ ਹੈ, ਹੁਣ ਇਹਦੀ ਜੀ ਦੀ ਕਲਿਆਣ ਕਰ ਦਿਓ, ਮੁਕਤੀ ਕਰ ਦਿਓ। ਪਤਿਤ ਪਾਵਨੋ ਨਾਮ ਤੁਮਾਰਾ, ਕਿਉਂਕਿ ਤੁਹਾਡਾ ਦੇ ਨਾਮ ਹੀ ਹੈ, ਜਿਹੜੇ ਪਤਿਤ ਹੋਏ ਲੋਕ ਨੇ ਉਹਨਾਂ ਨੂੰ ਪਵਿੱਤਰ ਕਰਨ ਵਾਲਾ, ਜਿਹੜੇ ਗਰਕੇ ਹੋਏ ਨੇ, ਜਿਹੜੇ ਬਿਲਕੁਲ ਨਖਿੱਧ ਨੇ, ਭੈੜੇ ਤੋਂ ਭੈੜੇ ਜੀਵਨ ਵਾਲੇ, ਉਹਨਾਂ ਨੂੰ ਵੀ ਤੁਸੀਂ ਸੋਹਣੇ ਬਣਾ ਦਿੰਦੇ ਹੋ। ਦੋਸ਼ ਅਨੇਕ ਬਿਦਾਰ ਨਾਰਾ, ਮਹਾਰਾਜ ਸਭ ਪਾਪਾਂ ਦੁੱਖਾਂ ਦਲਿੱਦਰਾਂ ਦੇ ਆਪ ਜੀ ਸਭ ਦੋਸ਼ਾਂ ਦੇ ਨਾਸ਼ ਕਰਨ ਹਾਰੇ ਹੋ। ਕਿਰਪਾ ਦ੍ਰਿਸ਼ਟ ਤੇ ਜੂਨ ਛਟਾਵੋ, ਭਾਈ ਕੀਰਤੀਆ ਗੁਰੂ ਕਲਗੀਧਰ ਮਹਾਰਾਜ ਨੂੰ ਕਹਿੰਦਾ ਕਿਰਪਾ ਦ੍ਰਿਸ਼ਟੀ ਕਰਕੇ ਮਹਾਰਾਜ ਰਿਸ਼ ਬਣੇ ਮੇਰੇ ਬਾਪ ਦੀ ਜੂਨੀ ਦਾ ਛੁਟਕਾਰਾ ਕਰ ਦਿਓ। ਆਵੇ ਉਤਮ ਗਤ ਕੋ ਪਹੁੰਚਾਵੋ, ਹੁਣ ਇਹਨੂੰ ਮਹਾਰਾਜ ਉੱਤਮ ਗਤੀ ਦੇ ਵਿੱਚ ਪਹੁੰਚਾਓ, ਭਾਵ ਆਪਣੇ ਚਰਨਾਂ ਵਿੱਚ ਲੀਨਤਾ ਬਖਸ਼ ਦਿਓ। ਤਬ ਕਿਰਪਾਲ ਨੇ ਇੱਕ ਸਿੱਖ ਭੇਜਾ, ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਕੀਰਤੀਏ ਦੀ ਬੇਨਤੀ ਸੁਣ ਕੇ ਇੱਕ ਸਿੱਖ ਨੂੰ ਉਹਨਾਂ ਕਲੰਦਰਾਂ ਵੱਲ ਭੇਜਿਆ, ਜਿਹੜੇ ਇਸ ਰਿਸ਼ ਨੂੰ ਬੰਨ੍ਹ ਕੇ ਤੇ ਇਸ ਦਾ ਨਾਚ ਕਰਾ ਰਹੇ ਸਨ। ਲਿਓ ਮੋਲ ਕੋ ਪਾਲਕ ਦੇ ਜਾ, ਮਹਾਰਾਜ ਕਹਿੰਦੇ ਜਾਓ ਉਹਨੂੰ ਸਾਡੇ ਵੱਲੋਂ ਕਹੋ ਵੀ ਜਿੰਨਾ ਤੂੰ ਮੁੱਲ ਲੈਣਾ ਇਹਦਾ ਮੁੱਲ ਲੈ ਲਾ ਤੇ ਇਹ ਰਿਸ਼ ਸਾਨੂੰ ਦੇ ਜਾ। ਸੁਨਤ ਕਲੰਦਰ ਨੇ ਤਬ ਕਹਿਓ, ਆ ਕਲੰਦਰ ਨੇ ਜਦੋਂ ਸੁਣਿਆ ਸਿੱਖ ਦੇ ਕੋਲੋਂ ਗੁਰਾਂ ਦਾ ਸੁਨੇਹਾ ਤਾਂ ਸੁਣ ਕੇ ਕਹਿਣ ਲੱਗਾ ਉਹ ਰਿਸ਼ ਨੂੰ ਫੜਨ ਵਾਲਾ, ਇਹ ਸਮਰੀਸ਼ ਅਪਰ ਨੈ ਲਇਓ, ਜਿੰਨਾ ਕੋਈ ਆਪਣਾ ਮੁੱਲ ਵੱਧ ਵਟਣਾ ਹੋਵੇ ਨਾ ਫਿਰ ਥੋੜੀ ਜੀ ਉਸਤਤ ਕਰਦਾ, ਕਹਿੰਦਾ ਵੀ ਇਹ ਜਿਹੜਾ ਰਿਸ਼ ਹੈ ਨਾ ਇਹਦੇ ਵਰਗਾ ਰਿਸ਼ ਹੋਰ ਕਿਤੇ ਪ੍ਰਾਪਤ ਹੀ ਨਹੀਂ ਹੁੰਦਾ, ਇਹਦੇ ਵਰਗਾ ਇਹੀ ਹੈ। ਇਸ ਕੇ ਸਾਥ ਕਮਾਈ ਇਹ ਮੇਰੀ, ਸਿੱਖਾ ਤੇਰੇ ਗੁਰੂ ਜੀ ਜੋ ਕਹਿ ਰਹੇ ਹੋ ਤਾਂ ਠੀਕ ਹੈ, ਪਰ ਇਹਦੇ ਰਿਸ਼ ਦੇ ਸਿਰ ਤੇ ਹੀ ਮੇਰੀ ਕਮਾਈ ਚੱਲ ਰਹੀ ਹੈ। ਲਿਓ ਪੁਰਨ ਤੇ ਪੇਸ਼ਕ ਨੇਰੀ, ਤਾਂ ਕਈ ਸ਼ਹਿਰਾਂ ਨਗਰਾਂ 'ਚ ਮੈਂ ਜਾ ਕੇ ਇਹਦਾ ਤਮਾਸ਼ਾ ਵਿਖਾਉਣਾ ਤੇ ਲੋਕਾਂ ਦੇ ਕੋਲੋਂ ਪਿੱਛਿਆ ਲੈਣਾ ਹੈ, ਕੁਝ ਇਹਦੇ ਵੰਡੇ ਕੁਝ ਮਾਇਆ ਮਿਲਦੀ ਹੈ, ਉਹਦੇ ਕਰਕੇ ਮੈਂ ਗੁਜ਼ਾਰਾ ਕਰਦਾ ਹਾਂ। ਹੋਏ ਰਜਤ ਪਨ ਦੋਸੈ ਦੇਹੋ, ਪਰ ਫੇਰ ਵੀ ਕਹਿੰਦਾ ਜੇ ਗੁਰੂ ਸਾਹਿਬ ਕਹਿੰਦੇ ਆ ਤਾਂ ਮੈਂ ਨਾ ਨਹੀਂ ਕਰਦਾ, ਇਉਂ ਕਰ ਵੀ ਪੂਰਾ 200 ਰੁਪਈਆ ਲਵਾਂਗਾ ਮੈਂ ਚਾਂਦੀ ਦਾ। 200 ਰੁਪਈਆ ਉਦੋਂ ਸਾਧ ਸੰਗਤ ਲੱਖਾਂ ਵਰਗੀ ਕੀਮਤ ਸੀ। ਕਹਿੰਦਾ ਵੀ ਇਹਦੇ ਵਰਗਾ ਲੱਭਣਾ ਦਾ ਮੈਨੂੰ ਰਿਸ਼ ਕਿਤੋਂ ਫੇਰ ਹੈ ਨਹੀਂ ਹੈ, ਪਰ ਜੇ ਗੁਰੂ ਸਾਹਿਬ ਕਹਿੰਦੇ ਨੇ ਤਾਂ ਮੈਂ ਤਿਆਰ ਆ, ਪਰ 200 ਰੁਪਈਆ ਲਵਾਂਗਾ। ਤਉ ਪਾਲਕ ਕੋ ਰਾਵਰ ਲਿਓ, ਤਾਂ ਫਿਰ ਗੁਰੂ ਸਾਹਿਬ ਨੂੰ ਜਾ ਕਹਿ ਦੇ ਬੇਨਤੀ ਕਰਦੇ ਵੀ ਇਹ ਤੁਸੀਂ ਰਿਸ਼ ਆਪਣੇ ਕੋਲ ਰੱਖ ਲਿਓ, ਮੈਨੂੰ 200 ਰਜਤ ਪਣ ਦੇਣਾ ਕਰੋ। ਇਤੇ ਹੀ ਲਿਓ ਸਤਿਗੁਰ ਕੈ, ਜਦੋਂ ਸਿੱਖ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸਿਆ
ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿੰਨੇ ਪੈਸੇ ਮੰਗਦਾ ਇੰਨੇ ਹੀ ਦੇ ਦਿਓ ਇਹਨੂੰ। ਸੇਵਕ ਗਇਓ ਕੋਸ਼ ਜੈ ਆ ਅਹੈ ਜਿੱਥੇ ਖਜ਼ਾਨਾ ਸੀ ਮਹਾਰਾਜ ਦਾ, ਸੇਵਕ ਉਸੇ ਵੇਲੇ ਇਸ਼ਾਰਾ ਪਾ ਕੇ ਮਾਇਆ ਲੈਣ ਲਈ ਖਜ਼ਾਨੇ ਚੋਂ ਚਲਾ ਗਿਆ। ਲੈ ਕਰ ਗਇਓ ਦੇਨ ਤਿਸ ਪਾਈ। ਜਦੋਂ 200 ਦਮੜਾ ਲੈ ਕੇ ਰੇਸ਼ਕ ਵਾਲੇ ਭਾਈ ਨੂੰ ਦੇਣ ਦੇ ਲਈ ਗੁਰਸਿੱਖ ਨੇੜੇ ਪਹੁੰਚਿਆ, ਕਲੰਦਰ ਦੇ ਵੀ ਆਹ ਲੈ 200 ਰੱਖ ਲਾ ਤੇ ਸਾਨੂੰ ਇਹ ਰਿਸ਼ ਦੇ ਦੇ। ਫਿਰ ਉਹ ਕਲੰਦਰ ਲੈ ਤਬ ਨਾਈ। ਉਹ ਕਲੰਦਰ ਫਿਰ ਆਪਣੀ ਗੱਲ ਤੋਂ ਫਿਰ ਗਿਆ, ਕਿਉਂਕਿ ਜੇ ਤਾਂ ਮਹਾਰਾਜ ਤੋਲ ਮੋਲ ਕਰਦੇ, ਜਿੱਦਾਂ ਹੁੰਦਾ ਹੈ ਵੀ 150 ਦੇਾਂਗੇ, ਕਰਦਿਆਂ ਵੀ 190 ਗੱਲ ਮੁੱਕਦੀ, ਫੇਰ ਤਾਂ ਉਹਨੇ ਦੇ ਦੇਣਾ ਸੀ। ਇਹਨੂੰ ਲੱਗਾ ਵੀ ਮੈਂ 200 ਕਿਹਾ ਤੇ ਉਹਨੇ ਇੱਕ ਵਾਰ ਵੀ ਨਹੀਂ ਕਿਹਾ ਵੀ ਘੱਟ ਕਰ ਲੈ। ਇਹਦੇ ਮਨ ਵਿੱਚ ਲਾਲਚ ਆ ਗਿਆ, ਉਸ ਵੇਲੇ ਮਨਾ ਕਰਦਾ, ਕਹਿੰਦਾ ਨਹੀਂ ਉਹ ਤਾਂ ਪਹਿਲਾਂ ਮੈਂ ਭੁਲੇਖੇ ਨਾਲ 200 ਕਹਿ ਬੈਠਾ, ਇਹਦਾ ਮੈਂ ਵੱਧ ਪੈਸੇ ਵੀ ਇਹ ਮੇਰਾ ਗੁਜ਼ਾਰਾ ਹੀ ਨਹੀਂ ਹੋਣਾ। ਪਹਿਲੀ ਗੱਲ ਮੈਂ ਵੇਚਣਾ ਹੀ ਨਹੀਂ ਤਾਂ ਮੈਂ ਇਹਦਾ ਜ਼ਿਆਦਾ ਮੁੱਲ ਲਵਾਂਗਾ, ਮੈਂ 300 400 ਜਾਂ 500 ਲਵਾਂਗਾ। ਕਹਿਤ ਭਇਓ ਮੈਂ ਲਿਉ ਕਨੇਰੇ। ਆ ਕਹਿਤ ਭਇਓ ਮੈਂ ਲਿਓ ਕਨੇਰੇ। ਉਹਨੇ 200 ਲਿਆ ਹੀ ਨਾ, ਲਾਲਚ ਵਿੱਚ ਆ ਕੇ ਕਲੰਦਰ ਕਹਿੰਦਾ ਮੈਂ ਜ਼ਿਆਦੇ ਲਵਾਂਗਾ, ਮੈਂ ਤਾਂ 500 ਤੋਂ ਘੱਟ ਨਹੀਂ ਲੈਂਦਾ। ਹਟ ਸਿੱਖ ਪਾਖਿਓ ਗੁਰੂ ਅਗੇਰੇ। ਉਹ ਜਿਹੜਾ ਸਿੱਖ ਸੀ ਉਹ ਮੁੜ ਕੇ ਵਾਪਸ ਗੁਰੂ ਗੋਬਿੰਦ ਸਿੰਘ ਜੀ ਕੋਲ ਚਲੇ ਗਿਆ ਤੇ ਮਹਾਰਾਜ ਜੀ ਨੂੰ ਕਹਿਣ ਲੱਗਾ, ਮੈਂ ਅਬਲੇਤ ਗਏ ਕੁਛ ਔਰ। ਮਹਾਰਾਜ ਉਹ ਤਾਂ ਹੁਣ 200 ਨਹੀਂ ਲੈਂਦਾ, ਉਹ ਤਾਂ ਹੋਰ ਹੀ ਕਹਿੰਦਾ, ਉਹਨੇ ਤਾਂ ਰੇਟ ਵਧਾਤਾ, ਕਹਿੰਦਾ ਮੈਂ ਜ਼ਿਆਦੇ ਲੈਣੇ ਆ, ਪਹਿਲਾਂ ਮੈਂ ਘੱਟ ਕਹਿ ਬੈਠਾ ਹਾਂ। ਕਰਿਓ ਮੂਲ ਮੈਂ ਮਾਨੈ ਬੌਰਾ। ਮਹਾਰਾਜ ਕਮਲੇ ਨੇ ਜਿਹੜਾ ਮੁੱਲ ਮੂੰਹੋਂ ਕਿਹਾ ਸੀ ਉਹ ਹੁਣ ਦੇਣ ਲੱਗੇ ਆ, ਪਰ ਆਪਣੀ ਜ਼ਬਾਨ ਤੋਂ ਫਿਰ ਗਿਆ ਹੈ ਕਲੰਦਰ। ਅਬ ਗੁਰ ਭਨਿਓ ਲਿਓ ਤਿਸ ਸੀਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇ ਬੇਜ਼ਬਾਨਾ ਹੋ ਗਿਆ ਨਾ, 200 ਰੁਪਈਆ ਤਾਂ ਇਹਨੂੰ ਜਿਹੜਾ ਆਪਾਂ ਜ਼ਬਾਨ ਕੀਤੀ ਉਹ ਜ਼ਰੂਰ ਦੇ ਦਿਓ, ਪਰ ਜੇ ਉਹ ਨੀਕੀ ਕਰੇ ਤੇ ਖੋਲੋ, ਇੱਕ ਦੋ ਛੱਡੋ ਵੀ ਇਹਦੇ ਵੀ ਕੋਈ ਜ਼ਬਾਨ ਕੋਈ ਧਰਮ ਹੁੰਦਾ, ਅਸੀਂ ਇਹਦੀ ਕਲਿਆਣ ਕਰਨੀ ਹੈ, 200 ਵੀ ਦੇ ਦਿਓ ਤੇ ਖੋਲੋ, ਜੇ ਨਹੀਂ ਦਿੰਦਾ ਤਾਂ। ਸਨ ਸਿੱਖ ਉਠਤੈ ਸੇ ਕੀਨ। ਆ ਸਿੱਖ ਤਾਂ ਬਸ ਅੱਗੇ ਹੀ ਤਿਆਰ ਹੁੰਦੇ, ਮਹਾਰਾਜ ਦੇ ਕਹਿਣ ਦੀ ਦੇਰ ਸੀ, ਉਹਨਾਂ ਝਾਟੀ ਜਾ ਕਰਕੇ ਉਹਦੇ ਕੋਲੋਂ ਰੱਸੀ ਫੜ ਲਈ। ਆਨ ਜੂਰ ਕਰੋ ਕਰ ਦੀਨ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਲਿਆ ਕੇ ਉਹ ਰਿਸ਼ ਖੜਾ ਕਰ ਦਿੱਤਾ ਤੇ ਰਿਸ਼ ਵਾਲੇ ਨੂੰ ਮੱਲੋ ਮੱਲੀ 200 ਦੇ ਦਿੱਤਾ। ਇੱਕ ਸਥਾਨ ਮਦਾਵਨ ਕੀ। ਮਹਾਰਾਜ ਸਾਹਿਬ ਨੇ ਕਿਹਾ ਵੀ ਇਹਨੂੰ ਇੱਥੇ ਫਲਾਣੇ ਥਾਂ ਤੇ ਬੰਨ ਦਿੱਤੋ, ਬੰਨ ਦੇਣਾ ਕਰੋ, ਗੁਰਾਂ ਦੇ ਕਹਿਣ ਤੇ ਰਿਸ਼ ਬੰਨ ਦਿੱਤਾ। ਉਹ ਸਭ ਤੀਤਿਓ ਜਾਮਨ ਸ਼ਾਵ। ਉਹ ਸਾਰਾ ਦਿਨ ਵੀ ਲੰਘ ਗਿਆ ਤੇ ਰਾਤ ਦਾ ਸਮਾਂ ਹੋਇਆ। ਭਈ ਪ੍ਰਾਤ ਸਤਿਗੁਰ ਫਰਮਾਵਾ। ਰਾਤ ਲੰਘੀ, ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਸੋ ਕੋ ਪੰਚਾਮ੍ਰਿਤ ਕਰਵਾਵੋ। ਭਾਈ ਕੀਰਤੀਏ ਨੂੰ ਕਹਿੰਦੇ, ਭਾਈ ਕੀਰਤੀਆ 100 ਰੁਪਏ ਦਾ ਕੜਾਹ ਪ੍ਰਸ਼ਾਦ ਤਿਆਰ ਕਰਵਾਉਣਾ ਕਰ। ਸੋਚ ਸੋ ਸ਼ੀਗਰ ਕਰੋ ਲੈ ਆਵੋ। ਬੜੀ ਸੁਚਮਤਾ ਨਾਲ ਇਸ਼ਨਾਨ ਕਰਕੇ ਬਾਣੀ ਪੜ੍ਹਦੇ ਆ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਸਾਡੇ ਕੋਲ ਲੈ ਆਵੋ। ਰੋਚਰ ਬਣਾਇਓ ਆਨਿਓ ਪਾਸ। ਉਸੇ ਤਰ੍ਹਾਂ ਸਿੱਖਾਂ ਕੀਤਾ, ਮਰਿਆਦਾ ਨਾਲ ਬਾਣੀ ਪੜ੍ਹਦੇ ਆ, ਜਪਜੀ ਸਾਹਿਬ ਦੇ ਪਾਠ ਕਰਦੇ ਆ, ਆਨੰਦ ਸਾਹਿਬ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰ ਲੈ ਆਂਦਾ। ਅਰੇ ਓਏ ਕੀਨਸ ਅਰਦਾਸ। ਤੇ ਖਲੋ ਕਰਕੇ ਗੁਰੂ ਕਲਗੀਧਰ ਮਹਾਰਾਜ ਦੇ ਸਨਮੁਖ ਅਰਦਾਸ ਕੀਤੀ ਕੜਾਹ ਪ੍ਰਸ਼ਾਦ ਦੀ। ਸ੍ਰੀ ਸਤਿਗੁਰ ਲੈ ਕੇ ਨਿਜ ਪਾਨ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਪ੍ਰਸ਼ਾਦ ਸਭ ਤੋਂ ਪਹਿਲਾਂ ਆਪਣੇ ਕਰ ਕਮਲਾਂ ਹੱਥਾਂ ਵਿੱਚ ਲਿਆ, ਆਪਣੇ ਵਰਤਾਰੇ ਦਾ। ਪੰਚਾਮ੍ਰਿਤ ਈਖਦ ਕਰ ਖਾਨ। ਥੋੜਾ ਜਿਹਾ ਪ੍ਰਸ਼ਾਦ ਮਹਾਰਾਜ ਜੀ ਨੇ ਛਕਿਆ ਹੈ। ਸੀਤ ਪ੍ਰਸਾਦ ਰੀਸ਼ ਕੋ ਦਇਓ। ਤੇ ਜਿਹੜਾ ਪ੍ਰਸ਼ਾਦ ਗੁਰੂ ਕਲਗੀਧਰ ਮਹਾਰਾਜ ਨੇ ਛਕਿਆ ਉਹਦੇ ਵਿੱਚੋਂ ਸੀਤ ਪ੍ਰਸ਼ਾਦ ਭਾਵ ਆਪਣੇ ਜਿਹੜਾ ਪ੍ਰਸ਼ਾਦ ਸਤਿਗੁਰਾਂ ਨੇ ਮੁਖ ਵਿੱਚ ਪਾਇਆ, ਉਸ ਪ੍ਰਸ਼ਾਦ ਦਾ ਜਿਹੜਾ ਕੁਝ ਹਿੱਸਾ ਜਿਹਨੂੰ ਸ਼ੀਤ ਪ੍ਰਸਾਦ ਕਹਿੰਦੇ ਨੇ, ਆਮ ਬੋਲੀ 'ਚ ਕਹਿੰਦੇ ਵੀ ਜੂਠ, ਪਰ ਗੁਰੂ ਮਹਾਰਾਜ ਸਾਹਿਬ ਨੂੰ ਜਿਹੜਾ ਭੋਗ ਲੱਗਾ ਹੋਵੇ ਉਹਨੂੰ ਕਹਿੰਦਾ ਸੀਤ ਪ੍ਰਸ਼ਾਦ। ਆਮ ਲੋਕਾਂ ਦੀ ਜੂਠ ਹੁੰਦੀ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ
ਥੋੜਾ ਜਿਹਾ ਪ੍ਰਸ਼ਾਦ ਛਕ ਕੇ ਤੇ ਜਿਹੜਾ ਸ਼ੀਤ ਪ੍ਰਸਾਦ ਸੀ ਉਹ ਉਸ ਵੇਲੇ ਸੀਤ ਪ੍ਰਸਾਦ ਰੀਸ਼ ਕੋ ਦਇਓ। ਉਹ ਜਿਹੜਾ ਰੇਸ਼ ਬੰਨਿਆ ਹੋਇਆ ਸੀ ਉਹਨੂੰ ਜਾ ਕੇ ਆਪਣੇ ਹੱਥੀ ਮਹਾਰਾਜ ਨੇ ਖਵਾ ਦਿੱਤਾ। ਜਬ ਮੁਖ ਮੈਂ ਸੋ ਪਾਵਤ ਪਇਓ। ਜਿਸ ਵੇਲੇ ਗੁਰੂ ਕਲਗੀਧਰ ਮਹਾਰਾਜ ਦਾ ਸੀਤ ਪ੍ਰਸਾਦ ਰੇਸ਼ ਦੇ ਮੂੰਹ ਦੇ ਵਿੱਚ ਪਿਆ ਤੇ ਉਹਨੇ ਚੱਕ ਜਿਹਾ ਭਰ ਕੇ ਜਦੋਂ ਅੰਦਰ ਲੰਘਾਇਆ ਢਿੱਡ ਵਿੱਚ, ਗਇਓ ਉਦਰ ਮੈਂ ਤਤ ਸਿਨ ਮਰਿਓ। ਜਦੋਂ ਰੇਸ਼ ਦੇ ਢਿੱਡ ਵਿੱਚ ਮਹਾਰਾਜ ਦਾ ਸੀਤ ਪ੍ਰਸਾਦ ਗਿਆ ਤੇ ਉਸੇ ਵੇਲੇ ਹੀ ਉਹ ਮਰ ਗਿਆ, ਉਹਦੀ ਦੇਹੀ ਛੁੱਟ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਕਲਿਆਣ ਕਰਤੀ ਭਾਈ ਕੀਰਤੀਏ ਦੇ ਬੇਨਤੀ ਕਰਨ ਤੇ ਕੜਾਹ ਪ੍ਰਸ਼ਾਦ ਦੀ ਦੇਗ ਦਾ ਕਿਣਕਾ ਅੰਦਰ ਜਾਂਦੇ ਹੀ ਸਰੀਰ ਤਿਆਗ ਗਿਆ। ਸ਼ਰਾਪ ਪਾਪ ਸਭ ਹੀ ਪਰ ਹਰਿਓ। ਤੇ ਜਿਹੜਾ ਗੁਰਸਿੱਖ ਦੇ ਸ਼ਰਾਪ ਦਾ ਪਾਪ ਦਾ ਇਹਦੇ ਉੱਤੇ ਪ੍ਰਭਾਵ ਸੀ ਮਹਾਰਾਜ ਦਾ ਸੀਤ ਪ੍ਰਸਾਦ ਛਕਦਿਆਂ ਸਾਰ ਉਹ ਸਾਰਾ ਹੀ ਨਾਸ ਹੋ ਗਿਆ, ਦੂਰ ਹੋ ਗਿਆ। ਉਤਮ ਗਤ ਕੋ ਪ੍ਰਾਪਤ ਹੋ। ਉਸੇ ਵੇਲੇ ਉੱਤਮ ਅਵਸਥਾ ਨੂੰ ਪ੍ਰਾਪਤ ਹੋਇਆ, ਭਾਵ ਗੁਰ ਚਰਨਾਂ 'ਚ ਹੀ ਲੀਨ ਹੋ ਗਿਆ। ਸ਼ੋਭਾ ਰਾਮ ਸਿੱਖਨ ਸਭਨ ਚੰਬੋ ਜੋ। ਇਸ ਤਰ੍ਹਾਂ ਦਾ ਜਿੱਦਣ ਕੋਤਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ, ਵੇਖ ਕੇ ਸਭ ਸਿੱਖ ਬੜੇ ਅਚੰਭਤ, ਬੜੇ ਹੀ ਹੈਰਾਨ ਹੋਏ। ਧੰਨ ਧੰਨ ਸਤਿਗੁਰੈ ਬਖਾਨੈ। ਧੰਨ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਤੁਸੀਂ ਧੰਨ ਹੋ। ਸਾਰੇ ਹੀ ਸਿੱਖ ਮੁਖੋਂ ਇਦਾਂ ਕਹਿੰਦੇ ਹਨ। ਆਪਣੀ ਗਤ ਤੁਮ ਆਪੇ ਜਾਣੈ। ਇਹ ਮਹਾਰਾਜ ਜਿਹੜੀ ਤੁਹਾਡੀ ਅਵਸਥਾ ਹੈ ਉਹਨੂੰ ਤੁਸੀਂ ਆਪ ਹੀ ਜਾਣਦੇ ਹੋ। ਦੂਜਾ ਕੌਣ ਹੈ ਜਿਹੜਾ ਕਹਿ ਸਕੇ ਵੀ ਤੁਸੀਂ ਕਿੱਡੀ ਕੁ ਤਾਕਤ ਦੇ ਮਾਲਕ ਹੋ, ਕਿੰਨੀ ਕੁ ਤੁਹਾਡੇ 'ਚ ਸ਼ਕਤੀ ਹੈ। ਤੁਸੀਂ ਆਪਣੀ ਅਵਸਥਾ, ਆਪਣੀ ਅੰਦਰ ਦੀ ਹਾਲਤ, ਆਪਣੀ ਤਾਕਤ ਨੂੰ ਮਹਾਰਾਜ ਤੁਸੀਂ ਹੀ ਜਾਣਦੇ ਹੋ। ਸੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਸਾਧ ਸੰਗਤ ਜੀ ਕਾਰਜ ਕੀਤਾ ਵੀ ਆਨੰਦਪੁਰ ਸਾਹਿਬ ਉਹ ਰਿਸ਼ ਬਣਿਆ ਜਿਹੜਾ ਸਿੱਖ ਸੀ, ਉਹਦਾ ਉਧਾਰ ਕੀਤਾ ਆਪਣਾ ਸੀਤ ਪ੍ਰਸਾਦ ਛਕਾ ਕੇ। ਤੇ ਕਵੀ ਜੀ ਨੇ ਜਿਹੜੀ ਇਹ ਸਾਖੀ ਲਿਖੀ ਹੈ, ਭਾਈ ਸੰਤੋਖ ਸਿੰਘ ਜੀ ਦੇ ਪ੍ਰਸੰਗ ਲਿਖਣ ਦਾ ਕਾਰਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਇਹ ਸਿੱਖ ਦੇ ਵਿੱਚ, ਸੰਗਤ ਦੇ ਵਿੱਚ ਪ੍ਰਗਟ ਇਹ ਗੱਲ ਕਹਿਣ ਦਾ ਕਾਰਨ ਇਹੀ ਸੀ। ਇਹ ਉਪਦੇਸ਼ ਹੈ ਵੀ ਜਿਹੜਾ ਕੋਈ ਗੁਰੂ ਕਾ ਸਿੱਖ ਹੈ ਕਦੀ ਵੀ ਕ੍ਰੋਧ ਵਸ ਹੋ ਕਰਕੇ ਗੁਰੂ ਕੇ ਸਿੱਖਾਂ ਦਾ ਨਰਾਦਰ ਨਾ ਕਰੇ, ਕਦੀ ਗੁਰਮੁਖਾਂ ਨੂੰ ਮਾੜਾ ਨਾ ਕਹੇ, ਕਿਉਂਕਿ ਕਲਗੀਧਰ ਮਹਾਰਾਜ ਨੇ ਪ੍ਰਸੰਗ ਦੁਆਰਾ ਇਹ ਸਾਨੂੰ ਗੱਲ ਜਣਾ ਦਿੱਤੀ ਹੈ ਵੀ ਜਿਹੜਾ ਗੁਰਮੁਖਾਂ ਦੀ, ਗੁਰਸਿੱਖ ਪਿਆਰਿਆਂ ਦੀ ਨਰਾਦਰੀ ਕਰਦਾ ਹੈ ਉਹਨੂੰ ਉਹਦਾ ਭਾਰੀ ਫਲ ਭੁਗਤਣਾ ਜ਼ਰੂਰੀ ਪੈਂਦਾ, ਭਾਵੇਂ ਉਹਨੇ ਆਪਣੇ ਜੀਵਨ ਵਿੱਚ ਕਿੰਨੀ ਮਰਜ਼ੀ ਕਮਾਈ ਕੀਤੀ ਹੋਵੇ। ਕਿੱਡਾ ਵੱਡਾ ਸਿੱਖ ਹੋਵੇ, ਜੇ ਕਿਸੇ ਦੂਸਰੇ ਗੁਰਸਿੱਖ ਦੀ ਨਰਾਦਰੀ ਕਰਦਾ, ਕਿਸੇ ਗੁਰਮੁਖ ਨੂੰ ਮਾੜਾ ਚੰਗਾ ਕਹਿੰਦਾ ਹੈ ਤਾਂ ਕਹਿੰਦੇ ਉਹਦਾ ਫਲ ਤਾਂ ਫਿਰ ਭੁਗਤਣਾ ਪੈਂਦਾ ਹੈ। ਕਦੀ ਵੀ ਗੁਰਸਿੱਖ ਦੀ ਨਿੰਦਾ ਨਾ ਕਹੇ, ਕਿਸੇ ਗੁਰਸਿੱਖ ਨੂੰ ਮਾੜਾ ਨਾ ਬੋਲੇ, ਕਦੀ ਗੁਰਮੁਖਾਂ ਦੇ ਉੱਤੇ ਕਹਿੰਦੇ ਵੀ ਮਾੜੇ ਸ਼ਬਦਾਂ ਦਾ ਵਾਰ ਨਾ ਕਰੇ, ਉਹਨਾਂ ਦਾ ਦਿਲ ਨਾ ਦਿਖਾਵੇ। ਇਹ ਸਿੱਖ ਦਾ ਜੀਵਨ ਹੋਣਾ ਚਾਹੀਦਾ ਹੈ, ਕਿਉਂਕਿ ਅੱਜ ਕੱਲ੍ਹ ਬਹੁਤ ਇੱਦਾਂ ਚੱਲਦਾ ਨਾ, ਭਾਵੇਂ ਕੋਈ ਜਾਣ ਬੁੱਝ ਕੇ ਤੇ ਭਾਵੇਂ ਕੋਈ ਅਣਜਾਣ ਪੁਣੇ ਦੇ ਵਿੱਚ ਨਿੰਦਿਆ ਬਹੁਤ ਅਸੀਂ ਅੱਜ ਕੱਲ੍ਹ ਕਰਨ ਲੱਗ ਪਏ ਹਾਂ। ਹਰ ਇੱਕ ਦੀ ਨਿੰਦਿਆ ਹੀ ਮੁੱਖ ਰੱਖੀ ਹੋਈ ਹੈ। ਕੋਈ ਸਾਨੂੰ ਸਮਝ ਨਹੀਂ ਹੁੰਦੀ, ਕਿਸੇ ਬਾਰੇ ਕੁਝ ਪਤਾ ਨਹੀਂ ਹੁੰਦਾ। ਅੱਜ ਕੱਲ੍ਹ ਸਮਾਂ ਚੱਲ ਗਿਆ ਨਾ, ਮੋਬਾਈਲ, ਸੋਸ਼ਲ ਮੀਡੀਆ, ਉੱਥੇ ਬੈਠੇ ਕਿਸੇ ਦੀ ਕੋਈ ਮਾੜੀ ਜੀ ਗਲਤੀ ਵੇਖ ਲਓ, ਉਹਦਾ ਭੰਡੀ ਪ੍ਰਚਾਰ, ਉਹਦੀ ਨਰਾਦਰੀ, ਉਹਦੀ ਬਦਨਾਮੀ, ਇਹ ਸਾਰਾ ਕੁਝ ਕਰਦੇ ਅਸੀਂ। ਮਾੜਾ ਬੋਲ ਵੀ ਦਿੰਦੇ ਹਾਂ ਤੇ ਇਹ ਮਹਾਰਾਜ ਸਾਨੂੰ ਫਿੱਕਾ ਬੋਲਣ ਤੋਂ ਬਚਾਵੇ, ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪ੍ਰਤੱਖ ਇਹ ਗੱਲ ਸਾਨੂੰ ਜਣਾ ਦਿੱਤੀ ਹੈ ਵੀ ਜਿਹੜਾ ਫਿੱਕਾ ਬੋਲਦਾ ਹੈ, ਕਿਸੇ ਸਿੱਖ ਦਾ ਮਾੜਾ ਕਰਦਾ ਹੈ, ਉਹਦਾ ਭਲਾ ਨਹੀਂ ਜੇ ਕਦੀ ਵੀ ਹੋ ਸਕਦਾ। ਸਤਿਗੁਰੂ ਮਹਾਰਾਜ ਸਾਨੂੰ ਅਕਲ ਬਖਸ਼ਣ ਸਾਰਿਆਂ ਨੂੰ, ਗੁਰੂ ਕਲਗੀਧਰ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ, ਤਾਂ ਕਿ ਅਸੀਂ ਗੁਰੂ ਸਾਹਿਬ ਦੀ ਆਗਿਆ 'ਚ, ਮਹਾਰਾਜ ਦੀ ਮਰਿਆਦਾ 'ਚ ਕਾਇਮ ਤਿਆਰ ਬਰ ਤਿਆਰ ਰਹਿ ਕੇ ਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਗੁਰ ਸ਼ਬਦ ਦੀ ਵਿਚਾਰ ਕਰਦਿਆਂ ਅਨੇਕਾਂ ਹੀ ਭੁੱਲਾਂ ਗਲਤੀਆਂ ਹੋਈਆਂ ਨੇ। ਮਹਾਰਾਜ ਸਾਹਿਬ ਦੇ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਿੰਦਾ ਬਖਸ਼ਣਹਾਰ ਹੈ, ਬਖਸ਼ ਲੈਣਾ। ਇੱਕ ਜ਼ਰੂਰੀ ਬੇਨਤੀ ਹੈ ਆਪ ਸਾਰੀਆਂ ਸੰਗਤਾਂ ਦੇ ਸੇਵਾ ਵਿੱਚ ਵੀ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 400 ਸਾਲਾ ਪ੍ਰਕਾਸ਼ ਦਿਹਾੜਾ
ਆ ਰਿਹਾ ਹੈ। ਇਸ ਵਰੇ ਦੇ ਵਿੱਚ ਅਪ੍ਰੈਲ ਦੇ ਅਖੀਰਲੇ ਦਿਨਾਂ 'ਚ ਆਰੰਭ ਹੋ ਕੇ 1 ਮਈ ਨੂੰ ਸੰਪੂਰਨਤਾ ਹੋਏਗੀ। 400 ਸਾਲ ਹੋ ਜਾਣੇ ਨੇ ਪੂਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੰਸਾਰ ਦੇ ਉੱਤੇ ਪ੍ਰਗਟ ਹੋਇਆਂ ਨੂੰ। ਉਹ 400 ਸਾਲਾ ਸਮੁੱਚਾ ਪੰਥ ਮਨਾ ਰਿਹਾ। ਵਿਸ਼ਵ ਪੱਧਰ 'ਤੇ ਸਮਾਗਮ ਆਰੰਭ ਹੋ ਚੁੱਕੇ ਨੇ। ਉਸੇ ਦੇ ਸਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿੱਥੇ ਹੋਰ ਗੁਰਮਤਿ ਸਮਾਗਮ ਹੋਣੇ ਨੇ, ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਬੋਧ ਸਮਾਗਮ ਕਰਾਏ ਜਾ ਰਹੇ ਨੇ। ਇੱਥੇ ਬਾਬਾ ਬਕਾਲਾ ਸਾਹਿਬ ਵਿਖੇ ਪਿਛੇ ਦੀਵਾਨ ਹਾਲ ਦੇ ਵਿੱਚ 14 ਫਰਵਰੀ ਤੋਂ 1 ਮਹੀਨਾ ਲਗਾਤਾਰ ਗੁਰਬਾਣੀ ਦੀ ਸੰਥਿਆ ਦਿੱਤੀ ਜਾਵੇਗੀ। 1 ਮਹੀਨੇ 'ਚ ਸੰਪੂਰਨ ਗੁਰਬਾਣੀ ਦਾ ਸ਼ੁੱਧ ਉਚਾਰਨ ਸਿਖਾਇਆ ਜਾਵੇਗਾ। 10 ਤੋਂ ਲੈ ਕੇ 2 ਵਜੇ ਤੱਕ ਇਹ ਜਮਾਤਾਂ ਲੱਗਿਆ ਕਰਨਗੀਆਂ, ਜਿਹਦੇ ਵਿੱਚ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਬਦੰਤੀ, ਹਰਿਮੰਦਰ ਸਾਹਿਬ ਜੀ ਦੇ ਹੋਰ ਗ੍ਰੰਥੀ ਸਾਹਿਬਾਨ, ਸਿੰਘ ਸਾਹਿਬਾਨ, ਪੰਥ ਦੇ ਮਹਾਨ ਤੋਂ ਮਹਾਨ ਵਿਦਵਾਨ, ਸਮੇਂ-ਸਮੇਂ ਤੇ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਸ੍ਰੀ ਤਖਤ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਅਤੇ ਆਦਿ ਗੁਰਮੁਖ ਪਿਆਰੇ 1 ਮਹੀਨਾ ਇਸ ਅਸਥਾਨ ਤੇ ਗੁਰਬਾਣੀ ਦੀ ਸੰਥਿਆ ਕਰਾਉਣਗੇ। 14 ਫਰਵਰੀ ਤੋਂ ਇਹ ਸੰਥਿਆ ਆਰੰਭ ਹੋਣੀ ਹੈ। ਗੁਰਾਂ ਦਾ ਓਟ ਆਸਰਾ ਲੈ ਕੇ ਦੀਵਾਨ ਹਾਲ 'ਚ ਹੋਇਆ ਕਰੇਗੀ। 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਜਿਹੜੀਆਂ ਜਮਾਤਾਂ ਹਨ ਰੋਜ਼ ਲੱਗਿਆ ਕਰਨਗੀਆਂ। ਆਪ ਸਰਬੱਤ ਸੰਗਤਾਂ ਦੀ ਸੇਵਾ ਵਿਖੇ ਬੇਨਤੀ ਹੈ ਵੀ ਜੋ ਵੀ ਸਿੱਖ ਚਾਹੁੰਦੇ ਨੇ ਵੀ ਅਸੀਂ ਗੁਰਬਾਣੀ ਪੜ੍ਹੀਏ ਤੇ ਡਰਦੇ ਨੇ ਵੀ ਗੁਰਬਾਣੀ ਸ਼ੁੱਧ ਪੜ੍ਹਨੀ ਨਹੀਂ ਆਉਂਦੀ, ਉਹਨਾਂ ਨੂੰ ਇਹ ਬੜਾ ਸੁਨਹਿਰੀ ਸਮਾਂ ਮਿਲਿਆ ਹੈ। ਆਪ 1 ਮਹੀਨੇ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁੱਧ ਉਚਾਰਨ ਸਿੱਖ ਸਕਦੇ ਹੋ। 14 ਫਰਵਰੀ ਤੋਂ 14 ਮਾਰਚ ਤੱਕ ਚੱਲਣ ਵਾਲੇ ਇਹਨਾਂ ਪਾਠ ਬੋਧ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਦੀ ਸੰਥਿਆ ਲੈ ਕੇ ਵਿਦਵਾਨਾਂ ਕੋ ਲਾਭ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।